ਇੱਕ ਓੰਕਾਰ ਸਤਿ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜਿਹ ਸਤਿਗੁਰ ਸਿਮਰੰਤ ਨੈਣਕੇ ਤਿਮਰ ਮਿਟਹਿ ਖਿਨ ਜਿਹ ਸਤਿਗੁਰ ਸਿਮਰੰਤ ਹਿਰਦੈ ਹਰਿ ਨਾਮ ਦਿਨੋ ਦਿਨ ਜਿਹ ਸਤਿਗੁਰ ਸਿਮਰੰਤ ਜੀ ਕੀ ਤਪਤ ਮਿਟਾਵੈ ਜਿਹ ਸਤਿਗੁਰ ਸਿਮਰੰਤ ਰਿਦ ਸਿਧ ਨਵ ਨਿਧ ਪਾਵੈ ਸੋਈ ਰਾਮਦਾਸ ਗੁਰ ਬਲ ਭਣ ਮਿਲ ਸੰਗਤ ਧਨ ਧਨ ਕਰਹੁ ਜਿਹ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰਹੁ ਨਰਹੁ ਜਿਹ ਸਤਿਗੁਰ ਲਗ ਪ੍ਰਭ ਪਾਈਐ ਸੋ ਸਤਿਗੁਰ ਸਿਮਰਹੁ ਨਰਹੁ ਅਮਿ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਹਰ ਲੋਭ ਮੋਹ ਵਸ ਕਰੈ ਸਬੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਸਤਨਾਮ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾਂ। ਰੇ ਨਰ ਇਹ ਸਾਚੀ ਜੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨਾ ਬਾਰ। ਰੇ ਨਰ ਇਹ ਸਾਚੀ ਜੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨਾ ਬਾਰ। ਰਹਾਉ ਬਾਰੂ ਭੀਤ ਬਨਾਈ ਰਚ ਪਚ, ਰਹਿਤ ਨਹੀਂ ਦਿਨ ਚਾਰ। ਤੈਸੇ ਹੀ ਇਹ ਸੁਖ ਮਾਇਆ ਕੇ, ਉਰਜਿਓ ਕਹਾ ਗਵਾਰ। ਅਜਹੂ ਸਮਝ ਕਛ ਬਿਗਰਿਓ ਨਾਹਨ, ਭਜ ਲੈ ਨਾਮ ਮੁਰਾਰ। ਕਹੋ ਨਾਨਕ ਨਿਜ ਮਤ ਸਾਧਨ ਕੋ, ਭਾਖਿਓ ਤੋਹੇ ਪੁਕਾਰ। ਅਜਹੂ ਸਮਝ ਕਛ ਬਿਗਰਿਓ ਨਾਹਨ, ਭਜ ਲੈ ਨਾਮ ਮੁਰਾਰ। ਕਹੋ ਨਾਨਕ ਨਿਜ ਮਤ ਸਾਧਨ ਕੋ, ਭਾਖਿਓ ਤੋਹੇ ਪੁਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਪਤਿਤ ਪਾਵਨ ਭਗਤ ਵਛਲ, ਕਿਰਪਾ ਦੇ ਸਾਗਰ, ਜਾਗਦੀ ਜੋਤ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਪਰਮ ਦਇਆ ਸਦਕਾ ਜੀਵਨ ਦੇ ਅਮੋਲਕ ਸਵਾਸ ਸਤਿਗੁਰੂ ਜੀ ਦੀ ਸੰਗਤ ਵਿੱਚ ਸਫਲ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਹਜ਼ੂਰ ਦੀ ਅੰਮ੍ਰਿਤ ਪਵਿੱਤਰ ਉਚਾਰਨ ਕੀਤੀ ਹੋਈ ਗੁਰਬਾਣੀ ਰਾਗ ਸੋਰਠ ਦੇ ਅੰਦਰ ਲੜੀਵਾਰ ਕਥਾ ਚੱਲ ਰਹੀ ਹੈ। ਸੱਚੇ ਪਾਤਸ਼ਾਹ ਜਿਵੇਂ ਹਜ਼ੂਰ ਆਪਣੇ ਅੰਮ੍ਰਿਤ ਪਵਿੱਤਰ ਮੁਖਾਰਬਿੰਦ ਤੋਂ ਉਪਦੇਸ਼ ਬਖਸ਼ਿਸ਼ ਕਰਦੇ ਨੇ। ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਸਤਿਗੁਰੂ ਜੀ ਦੇ ਪਾਵਨ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਨਾਵਾਂ। ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਰਾਗ ਸੋਰਠ ਦੇ ਅੰਦਰ ਸਤਿਗੁਰੂ ਜੀ ਆਪਣੇ ਸ਼੍ਰੀ ਕੰਠ ਤੋਂ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਰੇ ਨਰ ਇਹ ਸਾਚੀ ਜੀ ਧਾਰ। ਸਤਿਗੁਰੂ ਜੀ ਦੇ ਹਜ਼ੂਰ ਸਿੱਖਾਂ ਨੇ ਬੇਨਤੀ ਕੀਤੀ ਹੈ, ਗਰੀਬ ਨਵਾਜ ਐਸੀ ਕੋਈ ਮਹਾਰਾਜ ਇੱਕ ਸਿੱਖਿਆ ਦਿਓ, ਸੱਚੀ ਸਿੱਖਿਆ ਜਿਹਨੂੰ ਮਹਾਰਾਜ ਹਿਰਦੇ 'ਚ ਧਾਰਨ ਕਰ ਲਈਏ। ਮਹਾਰਾਜੋ ਕਿਹੜੀ ਹੈ ਸਿੱਖਿਆ ਜਿਹਨੂੰ ਹਿਰਦੇ 'ਚ ਹੀ ਵਸਾ ਲਈਏ। ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਮਹਾਰਾਜ ਜੀ ਸੱਚੀ ਸਿੱਖਿਆ ਦਿੰਦੇ ਹੈ। ਹਜ਼ੂਰ ਉਹ ਉਪਦੇਸ਼ ਦਿੰਦੇ ਹੈ ਜਿਸ ਨੂੰ ਹਿਰਦੇ ਵਿੱਚ ਧਾਰਨ ਕਰ ਲੈਣਾ ਚਾਹੀਦਾ ਹੈ। ਮਹਾਰਾਜ ਫਰਮਾਉਂਦੇ ਹਨ ਕਿ ਕਿਹੜੀ ਸਿੱਖਿਆ
ਜਿਹੜੀ ਹਿਰਦੇ ਵਿੱਚ ਧਾਰਨ ਕਰ ਲੈਣੀ ਚਾਹੀਦੀ ਹੈ ਪੱਕੇ ਤੌਰ ਦੇ। ਰੇ ਨਰ ਇਹ ਸਾਚੀ ਜੀ ਧਾਰ। ਰੇ ਸੰਬੋਧਨ ਹੋ ਕਰਕੇ ਮਹਾਰਾਜ ਕਹਿੰਦੇ, ਹੇ ਨਰ, ਹੇ ਭਾਈ ਪੁਰਖਾ, ਇਹ ਸਾਚੀ ਜੀ ਧਾਰ, ਇਹ ਸੱਚੀ ਸਿੱਖਿਆ ਜਿਹੜੀ ਹੈ ਨਾ, ਹਜੂਰ ਕਹਿੰਦੇ ਦਿਲ ਦੇ ਅੰਦਰ ਧਾਰਨ ਕਰ ਲਓ, ਇਸ ਨੂੰ ਦਿਲ ਦੇ ਵਿੱਚ ਵਸਾ ਲਓ। ਮਹਾਰਾਜ ਕਿਹੜੀ ਸਿੱਖਿਆ ਏ? ਸਤਿਗੁਰੂ ਜੀ ਦੱਸਦੇ ਨੇ, ਸਗਲ ਜਗਤ ਹੈ ਜੈਸੇ ਸੁਪਨਾ। ਹਜੂਰ ਫਰਮਾਉਂਦੇ ਨੇ, ਸਗਲ ਜਗਤ ਹੈ ਜੈਸੇ ਸੁਪਨਾ। ਮਹਾਰਾਜ ਕਹਿੰਦੇ ਇਹ ਸੱਚੀ ਸਿੱਖਿਆ ਹੈ ਕਿ ਸਾਰਾ ਜਗਤ ਇਉਂ ਹੈ ਜਿਸ ਤਰ੍ਹਾਂ ਮਹਾਰਾਜ ਕਹਿੰਦੇ ਰਾਤ ਦਾ ਸੁਪਨਾ ਹੈ। ਜਿਉਂ ਸੁਪਨਾ ਔਰ ਪੇਖਣਾ ਐਸੇ ਜਗ ਕੋ ਜਾਨ, ਇਨ ਮੈਂ ਕਛ ਸਾਚੋ ਨਹੀਂ, ਨਾਨਕ ਬਿਨ ਭਗਵਾਨ। ਸਗਲ ਜਗਤ ਹੈ ਜੈਸੇ ਸੁਪਨਾ। ਕਹਿੰਦੇ ਹੈ ਕਿ ਇਹ ਜਗਤ ਮਹਾਰਾਜ ਆਪ ਮਿੱਥਿਆ ਦੱਸਦੇ ਹੋ ਸੱਚੇ ਪਾਤਸ਼ਾਹ। ਇਹ ਸਾਰਾ ਜਗਤ ਕਿਵੇਂ ਖਤਮ ਹੋ ਜਾਂਦਾ ਹੈ? ਆਪ ਕਹਿੰਦੇ ਸੁਪਨਾ ਹੈ। ਹਜੂਰ ਕਹਿੰਦੇ ਰਾਤ ਦਾ ਸੁਪਨਾ ਜਾਗਣ ਤੋਂ ਕਿੱਧਰ ਚਲੇ ਜਾਂਦਾ ਹੈ? ਸਾਰੇ ਦਾ ਸਾਰਾ ਕਲਪਤ ਕੀਤਾ ਹੋਇਆ ਨਾ। ਇਸ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਨੇ ਇਹ ਸਾਰਾ ਸੰਸਾਰ ਜਿਹੜਾ ਨਾ ਇੱਕ ਕਲਪਤ ਹੀ ਹੈ। ਇਹ ਭਰਮ ਕਰਕੇ ਤੈਨੂੰ ਸਾਰਾ ਕੁਝ ਪ੍ਰਤੀਤ ਹੋ ਰਿਹਾ ਹੈ, ਸਮਾਂ ਵੀ ਬਤੀਤ ਹੁੰਦਾ ਹੈ ਨਾ, ਇਹ ਸਾਰਾ ਕੁਝ ਤੈਨੂੰ ਭਰਮ ਕਰਕੇ ਪ੍ਰਤੀਤ ਹੋ ਰਿਹਾ ਹੈ। ਸਤਿਗੁਰੂ ਜੀ ਕਹਿੰਦੇ ਨੇ ਜਦੋਂ ਉਸ ਭਰਮ ਚੋਂ ਬਾਹਰ ਆ ਜਾਵੇਂਗਾ ਨਾ, ਫਿਰ ਜਿਹੜਾ ਤੇਰਾ ਅਸਲ ਸਰੂਪ ਹੈ ਉੱਥੇ ਸਮੇਂ ਦਾ ਪ੍ਰਭਾਵ ਵੀ ਹੈ ਨਹੀਂ। ਉਸ ਸੱਚ ਸਰੂਪ ਨੂੰ ਪਹਿਚਾਣ ਤੂੰ ਦੇਹ ਨੂੰ ਆਪਣਾ ਰੂਪ ਮੰਨ ਲਿਆ ਹੈ, ਆਪਣੇ ਸਰੀਰ ਨੂੰ ਆਪਣਾ ਸਰੂਪ ਸਮਝ ਲਿਆ ਹੈ। ਜਿੰਨਾ ਚਿਰ ਤੂੰ ਆਪਣੇ ਆਪ ਨੂੰ ਦੇਹ ਮੰਨੇਗਾ ਨਾ, ਉਹਨਾਂ ਚਿਰ ਸੁਪਨੇ ਵਿੱਚ ਤੇਰਾ ਜੀ ਪਰਚਿਆ ਰਹਿਣਾ ਹੈ। ਸੁਪਨਾ ਜਦੋਂ ਮਨੁੱਖ ਨੂੰ ਆਉਂਦਾ ਹੈ, ਸੁਪਨੇ ਦੇ ਦੌਰਾਨ ਉਹਨੂੰ ਨਹੀਂ ਪਤਾ ਹੁੰਦਾ ਕਿ ਇਹ ਮੈਨੂੰ ਸੁਪਨਾ ਆ ਰਿਹਾ ਹੈ। ਸੁਪਨੇ ਵਿੱਚ ਹੀ ਕਿੱਡਾ ਨੁਕਸਾਨ ਹੋਵੇ ਤੇ ਬੜੀ ਪਰੇਸ਼ਾਨੀ ਝੱਲਦਾ ਹੈ। ਸੁਪਨੇ ਵਿੱਚ ਹੀ ਉਸ ਨੂੰ ਕੁਝ ਪ੍ਰਾਪਤ ਹੋ ਜਾਵੇ ਤੇ ਫਿਰ ਬੜੀ ਖੁਸ਼ੀ ਮੰਨਦਾ ਹੈ। ਪਰ ਜੇ ਕੋਈ ਸੁਪਨੇ ਵਿੱਚ ਰਾਜਾ ਬਣ ਜਾਵੇ ਤੇ ਨੇਤਰ ਪਸਾਰੇ ਤਾਂ ਨਿਰਾਰਥ ਕਾਜਾ। ਜਦੋਂ ਅੱਖਾਂ ਖੁੱਲ੍ਹਦੀਆਂ ਤੇ ਫਿਰ ਸਾਰਾ ਵਿਅਰਥ ਹੀ ਹੈ ਨਾ ਕੰਮ। ਸੁਪਨੇ ਦਾ ਬਣਿਆ ਹੋਇਆ ਰਾਜਾ ਜਾਗ ਕੇ ਕੋਈ ਹੁਕਮ ਥੋੜ੍ਹਾ ਚਲਾ ਸਕਦਾ ਹੈ। ਮਹਾਰਾਜ ਨੇ ਕਿਹਾ ਜੋ ਕੁਝ ਸੁਪਨੇ ਦੇ ਦੌਰਾਨ ਜੀਵ ਵੇਖਦਾ ਹੈ, ਉਦੋਂ ਸੁਪਨੇ ਵਿੱਚ ਉਸ ਨੂੰ ਸੱਚ ਮੰਨਦਾ ਹੈ ਤੇ ਉਹਦੇ ਸੁਪਨੇ ਵਿੱਚ ਵੇਖੇ ਹੋਏ ਹਾਨੀਆਂ ਲਾਭ ਉਹ ਸਾਰਾ ਕੁਝ ਉਵੇਂ ਹੀ ਦੁੱਖ ਸੁੱਖ ਪ੍ਰਤੀਤ ਕਰਦਾ ਹੈ। ਜਦੋਂ ਜਾਗ ਪੈਂਦਾ ਹੈ ਉਦੋਂ ਸੁਪਨੇ ਦਾ ਸਾਰਾ ਹੀ ਸੰਸਾਰ ਲੈ ਹੋ ਜਾਂਦਾ ਹੈ, ਨਾਸ਼ ਹੋ ਜਾਂਦਾ ਹੈ। ਕਿੱਧਰ ਚਲਿਆ ਜਾਂਦਾ ਹੈ? ਕਿਉਂਕਿ ਉਹ ਸਾਰਾ ਕੁਝ ਉਸਨੇ ਆਪਣੇ ਅੰਦਰ ਕਲਪਿਤ ਕੀਤਾ ਸੀ। ਤੇ ਇਹ ਜਿਹੜਾ ਸੰਸਾਰ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਨਾ, ਜੀਵਤ ਕੋ ਵਿਵਹਾਰ ਹੈ ਜਗ ਕੋ ਤੁਮ ਜਾਨੋ। ਇਹ ਜਗਤ ਦਾ ਤਾਂ ਜਿਉਂਦਿਆਂ ਦਾ ਹੀ ਵਿਵਹਾਰ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਸਾਰਾ ਸੁਪਨ ਸਮਾਨੋ, ਸੁਪਨੇ ਦੇ ਸਮਾਨ ਹੈ ਸਾਰਾ ਕੁਛ। ਇਹ ਜਿੰਨਾ ਵੀ ਜਗਤ, ਇਹ ਮਹਾਰਾਜ ਕਹਿੰਦੇ ਨੇ ਰੇ ਨਰ ਇਹ ਸਾਚੀ ਜੀ ਧਾਰ। ਹੇ ਮਨੁੱਖ, ਹੇ ਪੁਰਖਾ, ਇਹ ਸੱਚੀ ਸਿੱਖਿਆ ਨੂੰ ਹਿਰਦੇ ਵਿੱਚ ਧਾਰਨ ਕਰ ਲੈ। ਤੂੰ ਇਸ ਸੰਸਾਰ ਨੂੰ ਸੱਚਾ ਕਿਉਂ ਮੰਨਿਆ ਹੈ? ਸੰਸਾਰ ਨੂੰ ਸੱਚਾ ਮੰਨਣਾ ਬਹੁਤ ਵੱਡਾ ਭਰਮ ਹੈ, ਬੜਾ ਵੱਡਾ ਭੁਲੇਖਾ ਹੈ। ਕਿਉਂਕਿ ਸੰਸਾਰ ਤਾਂ ਦੇਹ ਨਾਲ ਹੀ ਹੈ ਨਾ। ਦੇਹ ਸਮਾਪਤ ਹੁੰਦਿਆਂ ਹੀ ਸੰਸਾਰ ਖਤਮ ਹੈ ਸਾਰਾ ਉਹਦੇ ਲਈ। ਇਹ ਦੇਹਾਂ ਦਾ ਦੇਸ਼ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਇਹ ਸਾਰਾ ਹੀ ਜਗਤ ਜਿਹੜਾ ਹੈ ਨਾ, ਜਿਸ ਤਰ੍ਹਾਂ ਸੁਪਨਾ ਹੈ ਰਾਤ ਦਾ, ਮਹਾਰਾਜ ਕਹਿੰਦੇ ਉਸ ਤਰ੍ਹਾਂ ਸੁਪਨੇ ਦੀ ਨਿਆਈ ਹੈ।
ਤੇ ਹਜੂਰ ਫਰਮਾਉਂਦੇ ਹਨ, ਜਗਤ ਦੇ ਬਿਨਸਦਿਆਂ ਮਹਾਰਾਜ ਦੱਸਦੇ ਨੇ, ਬਿਨਸਤ ਲਗਤ ਨਾ ਬਾਰ। ਜਗਤ ਦੇ ਬਿਨਸਦਿਆਂ ਦੇਰੀ ਨਹੀਂ ਲੱਗਦੀ ਹੈ। ਮਹਾਰਾਜ ਇੰਨੀ ਜਲਦੀ ਕਿਵੇਂ ਬਿਨ ਸਕਦਾ ਹੈ? ਸਤਿਗੁਰੂ ਜੀ ਕਹਿੰਦੇ ਜਿਵੇਂ ਰਾਤ ਦਾ ਸੁਪਨਾ ਬਿਨਸ ਜਾਂਦਾ ਹੈ। ਰਾਤ ਦੇ ਸੁਪਨੇ ਨੂੰ ਬਿਨਸਦਿਆਂ ਕੋਈ ਦੇਰੀ ਲੱਗਦੀ ਹੈ? ਨਹੀਂ ਦੇਰ ਲੱਗਦੀ। ਉਸ ਤਾਂ ਸੁਪਨਾ ਜਾਗਦਿਆਂ ਸਾਰੀ ਖਤਮ ਹੋ ਜਾਂਦਾ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਦੋਂ ਜਮ ਆ ਕਰਕੇ ਜਗਾਉਂਦੇ ਆ ਨਾ, ਉਦੋਂ ਸਾਰਾ ਹੀ ਤੇਰਾ ਜੀਵਨ ਜਿਹੜਾ ਹੈ ਉਹ ਤੇਰੀਆਂ ਅੱਖਾਂ ਦੇ ਅੱਗੋਂ ਦੀ ਲੰਘਦਾ ਹੈ। ਤੇ 100 ਸਾਲ ਵੀ ਜੀ ਲਿਆ ਨਾ ਤਾਂ ਵੀ ਰੱਜ ਨਹੀਂ ਆਉਣਾ। ਤੇ ਇਉਂ ਤੈਨੂੰ ਲੱਗਣਾ ਕਿ ਮੈਂ ਕੱਲ ਜੰਮਿਆ ਸੀ ਤੇ ਅੱਜ ਮਰ ਚੱਲਿਆ। ਰੱਜ ਨਾ ਕੋਈ ਜੀਵਿਆ, ਕੋਈ ਵੀ ਰੱਜ ਕੇ ਜੀ ਨਹੀਂ ਸਕਿਆ, ਕਿਉਂਕਿ ਜੀਵਨ ਦੀ ਲਾਲਸਾ ਨਹੀਂ ਅੰਦਰੋਂ ਮੁੱਕਦੀ। ਜਿਉਣ ਨੂੰ ਚਿੱਤ ਹਰ ਵੇਲੇ ਜੁੜਿਆ ਰਹਿੰਦਾ ਕਿ ਮੈਂ ਜਿਉਂਦਾ ਰਹਾਂ। ਪਰ ਮਹਾਰਾਜ ਕਹਿੰਦੇ, ਰੇ ਨਰ ਇਹ ਸਾਚੀ ਜੀ ਧਾਰ, ਇਹ ਸੱਚੀ ਸਿੱਖਿਆ ਹਿਰਦੇ ਵਿੱਚ ਧਾਰਨ ਕਰ ਲੈ ਕਿ ਇਹ ਜਗਤ ਜਿਹੜਾ ਇਹ ਸੁਪਨੇ ਦੀ ਨਿਆਈ ਹੈ। ਜਮਾਂ ਦੇ ਜਗਾਉਣ ਤੋਂ ਪਹਿਲਾਂ, ਮੌਤ ਦੇ ਜਗਾਉਣ ਤੋਂ ਪਹਿਲਾਂ ਤੂੰ ਆਪ ਹੀ ਜਾਗ ਪੈ ਇਸ ਜਗਤ ਰੂਪੀ ਸੁਪਨੇ ਤੋਂ, ਕਿਉਂਕਿ ਅਗਿਆਨਤਾ ਦੀ ਗਾੜੀ ਨੀਂਦ ਵਿੱਚ ਸੌਂ ਗਿਆ। ਅਵਿਦਿਆ ਰੂਪੀ ਨੀਂਦ ਹੈ, ਜਗਤ ਰੂਪੀ ਸੁਪਨਾ ਆਇਆ ਹੋਇਆ ਤੈਨੂੰ, ਤੇ ਇਹਦੇ ਵਿੱਚ ਹੀ ਤੂੰ ਬਹੁਤ ਜ਼ਿਆਦਾ ਲਾਭ ਪਾ ਕੇ ਖੁਸ਼ ਹੋ ਰਿਹਾ ਹੈ। ਕੀ ਇਹ ਲਾਭ ਤੇਰੇ ਨਾਲ ਪਰਲੋਕ ਵਿੱਚ ਨਿਭਣਾ ਹੈ, ਜਾਂ ਕਰਕੇ ਕੋਈ ਹਾਨੀ ਹੋ ਗਈ, ਮਾਇਆ ਦਾ ਨੁਕਸਾਨ ਹੋ ਗਿਆ, ਕੋਈ ਦੇਹ ਛੁਟਕ ਗਈ, ਦੁੱਖ ਦਾ ਕਾਰਨ ਬਣ ਗਿਆ, ਕੋਈ ਰਿਸ਼ਤੇਦਾਰ ਚੜ੍ਹਾਈ ਕਰ ਗਿਆ? ਕਿ ਪਰਲੋਕ ਦੇ ਅੰਦਰ ਜਦੋਂ ਜਾਏਗਾ ਇਹ ਦੁੱਖ ਤੇਰੇ ਨਾਲ ਜਾਣੇ ਆ? ਨਾ ਦੁੱਖ ਨਾ ਸੁੱਖ, ਉਥੇ ਤਾਂ ਤੇਰੇ ਕੀਤੇ ਕਰਮ ਨਿਭਣੇ ਆ। ਜਦੋਂ ਮਨੁੱਖ ਨੂੰ ਜਾਗ ਆਉਂਦੀ ਹੈ ਨਾ, ਉਦੋਂ ਪਤਾ ਲੱਗਦਾ ਹੈ। ਪਰ ਮਹਾਰਾਜ ਕਹਿੰਦੇ ਨੇ ਕਿ ਤੂੰ ਮੌਤ ਦੇ ਜਗਾਉਣ ਤੋਂ ਪਹਿਲਾਂ ਆਪ ਹੀ ਜਾਗ ਪਾਓ, ਇਸ ਅਵਿਦਿਆ ਰੂਪੀ ਨੀਂਦ ਤੋਂ ਉੱਠ ਪਾਓ, ਕਿਉਂਕਿ ਵਾਹਿਗੁਰੂ ਦਾ ਇਹ ਵਰਤਾਰਾ ਐਸਾ ਹੈ ਕਿ ਅਗਿਆਨ ਲਾਏ ਸਵਾਲਿਆ, ਗੁਰ ਗਿਆਨੈ ਲਾਏ ਜਗਾਵੈ ਗੋ। ਅਗਿਆਨ ਲਾ ਕੇ ਸਾਰੇ ਸੰਸਾਰ ਨੂੰ ਅਵਿਦਿਆ ਦੀ ਨੀਂਦ ਵਿੱਚ ਸੁਆ ਦਿੱਤਾ ਹੈ। ਤੇ ਇਹ ਜਗਤ ਰੂਪੀ ਸੁਪਨਾ ਉਸ ਅਵਿਦਿਆ ਦੀ ਨੀਂਦ ਵਿੱਚ ਆ ਰਿਹਾ ਹੈ। ਜਦੋਂ ਕੁਝ ਪਾਉਂਦਾ ਹੈ ਬੜਾ ਖੁਸ਼ ਹੁੰਦਾ ਹੈ, ਜਦੋਂ ਕੁਝ ਗਵਾਚਦਾ ਹੈ ਬੜਾ ਦੁਖੀ ਹੁੰਦਾ ਹੈ। ਜਗਤ ਰੂਪੀ ਸੁਪਨੇ 'ਚ ਵੀ ਇਹ ਇਸ ਪ੍ਰਕਾਰ ਦੇ ਉਤਰਾਅ ਚੜ੍ਹਾਅ 'ਚ ਫਸਿਆ ਰਹਿੰਦਾ ਹੈ। ਕਿਸੇ ਦਾ ਪਿਤਾ ਹੈ, ਕਿਸੇ ਦਾ ਪੁੱਤਰ ਹੈ, ਕਿਸੇ ਦਾ ਪਤੀ ਹੈ, ਕਿਸੇ ਦੀ ਪਤਨੀ ਹੈ। ਇਸ ਤਰ੍ਹਾਂ ਇਹ ਜਗਤ ਰੂਪੀ ਸੁਪਨੇ 'ਚ ਬਾਰ-ਬਾਰ ਬਣਦਾ ਰਹਿੰਦਾ ਹੈ, ਜਗਤ ਰੂਪੀ ਸੁਪਨੇ 'ਚ ਤੁਰਿਆ ਹੀ ਰਹਿੰਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹੈ, ਇਹ ਜਿਹੜਾ ਸਾਰਾ ਜਗਤ ਵੈ, ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨਾ ਬਾਰ। ਇਸ ਜਗਤ ਨੂੰ ਬਿਨਸਦਿਆਂ ਦੇਰੀ ਨਹੀਂ ਲੱਗਦੀ, ਜਿਵੇਂ ਰਾਤ ਦੇ ਸੁਪਨੇ ਨੂੰ ਬਿਨਸਦਿਆਂ ਦੇਰ ਨਹੀਂ ਲੱਗਦੀ ਹੈ। ਤੇ ਜਦੋਂ ਮੌਤ ਦੇ ਜਗਾਉਣ ਤੋਂ ਪਹਿਲਾਂ ਜਦੋਂ ਤੂੰ ਦੇਹ ਤੋਂ ਵੱਖ ਹੋਣਾ ਹੈ, ਜੇ ਤੂੰ ਜਾਗ ਪਿਆ ਤੇ ਜਗਤ ਤੈਨੂੰ ਸੁਪਨਾ ਭਾਸ ਪਿਆ, ਤੇ ਫਿਰ ਜਦੋਂ ਜਾਗ ਪਈਏ ਨਾ, ਸੁਪਨੇ ਦੇ ਵੇਖੇ ਹੋਏ ਦੁੱਖ ਸੁੱਖ ਜਾਗਣ ਤੋਂ ਬਾਅਦ ਜਿਹੜੇ ਐ ਫਿਰ ਉਹ ਪਰੇਸ਼ਾਨ ਨਹੀਂ ਕਰਦੇ। ਸੁਪਨੇ ਦੇ ਅੰਦਰ ਜਦੋਂ ਹੁੰਦਾ ਨਾ, ਜੇ ਕਰਕੇ ਵਿਕਾਰਾਂ ਦੀ ਚੇਸ਼ਟਾ ਕਰਦਾ ਤੇ ਸਰੀਰ ਵੀ ਅਪਵਿੱਤਰ ਕਰ ਬੈਠਦਾ ਹੈ, ਕਿਉਂਕਿ ਉਸ ਸਮੇਂ ਇਹ ਉਹਨਾਂ ਹੀ ਸੁੱਖਾਂ ਦਾ ਅਨੁਭਵ ਕਰਨ ਲੱਗ ਜਾਂਦਾ ਹੈ। ਪ੍ਰਤੱਖ ਵੀ ਸਰੀਰ ਮਲੀਨ ਕਰ ਲੈਂਦਾ ਹੈ। ਇਸੇ ਤਰ੍ਹਾਂ ਹੀ ਜਿਹੜਾ ਜਗਤ ਵੈ, ਇਹਦੇ ਅੰਦਰ ਇਹ ਸੁੱਖ ਦੁੱਖ ਮੰਨ ਰਿਹਾ ਹੈ, ਪਰ ਜਦੋਂ ਗੁਰੂ ਸਾਹਿਬ ਜੀ ਦੇ ਗਿਆਨ ਨਾਲ ਜਾਗ ਪੈਂਦਾ, ਉਦੋਂ ਸਾਰਾ ਜਗਤ ਹੀ ਸੁਪਨਾ ਦਿਸ ਪੈਂਦਾ ਹੈ। ਜਾਗਿਆ ਹੋਇਆ ਮਨ ਫਿਰ
ਇਹ ਜਾਣ ਲੈਂਦਾ ਹੈ ਕਿ ਬਿਨਸਤ ਲਗਤ ਨਾ ਬਾਹਰ, ਇਹਨਾਂ ਦੇਹਾਂ ਨੂੰ ਬਿਨਸਦਿਆਂ ਹੋਇਆਂ ਬਾਹਰ ਨਹੀਂ ਲੱਗਦੀ, ਭਾਵ ਦੇਰੀ ਨਹੀਂ ਲੱਗਦੀ। ਇਹ ਜਿਹੜੀ ਦੇਹ ਹੈ, ਮਹਾਰਾਜ ਜੀ ਨੇ ਕਿਹਾ ਜੈਸੇ ਜਲ ਤੇ ਬੁੱਧਬੁਦਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। ਕਿੰਨੀ ਕੁ ਬੁਲਬੁਲੇ ਦੀ ਆਜੂ, ਉਹ ਥੋੜੇ ਸਮੇਂ ਲਈ ਹੈ ਨਾ। ਮਹਾਰਾਜ ਕਹਿੰਦੇ ਦੇਹ ਦੀ ਹਾਲਤ ਇਸ ਤਰ੍ਹਾਂ ਦੀ ਹੈ, ਤੂੰ ਜਿਸ ਦੇਹ ਦੇ ਅੰਦਰ ਫਸ ਗਿਆ ਉਹ ਦੇਹ ਤੇਰਾ ਰੂਪ ਨਹੀਂ ਹੈ, ਤੂੰ ਦੇਹ ਨਹੀਂ ਹੈ। ਮਹਾਰਾਜ ਕਹਿੰਦੇ ਜਾਗ ਪਾਓ, ਮੌਤ ਦੇ ਜਗਾਉਣ ਤੋਂ ਪਹਿਲਾਂ ਪਹਿਲਾਂ ਮੌਤ ਨੇ ਮਾਰਨਾ ਤੇਰੇ ਸਰੀਰ ਨੂੰ, ਤੂੰ ਪਹਿਲਾਂ ਹੀ ਸਰੀਰ ਤੋਂ ਵੱਖ ਹੋ, ਤੂੰ ਪਹਿਲਾਂ ਹੀ ਸਰੀਰ ਤੋਂ ਆਪਣੀ ਬਿਰਤੀ ਹਟਾ ਲੈ, ਇਸ ਸੁਪਨੇ ਰੂਪੀ ਜਗਤ ਤੋਂ ਆਪਣਾ ਮਨ ਉਪਰਾਮ ਕਰ ਲੈ, ਕਿਉਂਕਿ ਜਿਵੇਂ ਸੁਪਨਾ ਨਹੀਂ ਰਹਿੰਦਾ ਇਵੇਂ ਜਗਤ ਨਹੀਂ ਰਹਿਣਾ। ਇਸ ਕਰਕੇ ਕਿਉਂ ਇਸ ਸੁਪਨੇ ਦੀ ਨਿਆਈ ਜਗਤ ਦੇ ਅੰਦਰ ਬੜੀਆਂ ਰਚਨਾਵਾਂ ਰਚ ਰਹੇ ਹੈ, ਬਹੁਤ ਜ਼ਿਆਦਾ ਗਹਿਰੀ ਕਰਕੇ ਨੀਵ ਖੁਦਾਈ ਉੱਪਰ ਮੰਡਪ ਛਾਏ, ਉੱਪਰ ਮੰਡਪ ਛਾਏ, ਮਾਰ ਕੰਡੇ ਤੇ ਕੋਦ ਕਾਈ, ਜਿਨ ਤ੍ਰਿਣ ਧਰ ਮੂੰਡ ਬੁਲਾਏ। ਉਹ ਮਾਰ ਕੰਡਾ ਰਿਖੀ ਕਹਿੰਦੇ ਇੰਨੀਆਂ ਲੰਮੀਆਂ ਉਮਰਾਂ, ਤਾਂ ਵੀ ਉਹਨੂੰ ਕਿਹਾ ਇੱਕ ਦਿਨ ਮਾਰੀ ਜਾਣਾ ਨਾ, ਸਿਰ ਦੇ ਉੱਤੇ ਕੱਖ ਰੱਖ ਕੇ ਆਪਣੀ ਉਮਰਾਂ ਬੁਲਾਏ ਬਤੀਤ ਕਰ ਦਿੱਤੀ। ਕਲਯੁਗ ਦੇ ਵਿੱਚ 100 ਸਾਲ ਦੀ ਉਮਰ ਮੰਨੀ ਹੈ ਤੇ ਆਸਾ ਕਿੰਨੀ ਦੀਰਘ ਲੱਗੀ ਹੋਈ ਹੈ, ਜਿਵੇਂ ਕਰੋੜਾਂ ਸਾਲ ਇੱਥੇ ਹੀ ਰਹਿਣਾ ਹੈ। ਜੇ ਵੇਖੀਏ ਨਾ, ਅੱਜ ਤੋਂ 100 ਸਾਲ ਪਹਿਲਾਂ ਜਿਹੜੀਆਂ ਦੇਹਾਂ ਉਦੋਂ ਸਨ ਉਹ ਅੱਜ ਹੈ ਨਹੀਂ ਗੀਆਂ, ਤੇ ਜੇ 100 ਸਾਲ ਗਾਂਹ ਨੂੰ ਝਾਤੀ ਮਾਰੀਏ ਤੇ ਜਿਹੜੀਆਂ ਹੁਣ ਦੇਹਾਂ ਨੇ ਉਹ ਨਹੀਂ ਰਹਿਣੀਆਂ। ਇਸ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਤਾਂ ਸੁਪਨਾ ਹੈ, ਤੂੰ ਸੁਪਨੇ ਵਿੱਚ ਕੀ ਉਲਝ ਗਿਆ ਹੈ, ਫਸ ਗਿਆ ਹੈ। ਤੇ ਜਿਹੜਾ ਸੁਪਨੇ ਨੂੰ ਸੱਚ ਮੰਨ ਬੈਠੇ, ਸੁਪਨੇ ਦੇ ਵਿੱਚ ਹੀ ਸਾਰਾ ਕੁਝ ਜਿਹੜਾ ਹੈ ਉਹ ਰਚਿਆ ਹੋਇਆ, ਤੇ ਉਹਦੇ ਨਾਸ਼ ਹੋਣ ਤੇ ਬੜਾ ਦੁੱਖ ਮੰਨੇ ਰੋਵੇ, ਉਹ ਫਿਰ ਅਗਿਆਨੀ ਪੁਰਖ ਹੋਇਆ ਨਾ। ਮਹਾਰਾਜ ਕਹਿੰਦੇ ਨੇ ਰੇ ਨਰ ਇਹ ਸਾਚੀ ਜੀ ਧਾਰ, ਇਹ ਸੱਚੀ ਸਿੱਖਿਆ ਸਾਡੀ ਹਿਰਦੇ ਵਿੱਚ ਧਾਰਨ ਕਰ ਲਓ। ਸਾਰਾ ਜਗਤ ਸੁਪਨਾ ਹੈ ਤੇ ਇਸ ਸੁਪਨੇ ਤੋਂ ਆਪਣੇ ਮਨ ਨੂੰ ਜਗਾ ਲਓ। ਜਿਹੜਾ ਅਵਿਦਿਆ ਰੂਪੀ ਨੀਂਦ ਵਿੱਚ ਆਇਆ ਹੋਇਆ ਨਾ, ਗੁਰੂ ਜੀ ਦੇ ਉਪਦੇਸ਼ ਰੂਪੀ ਗਿਆਨ ਨੂੰ ਸਰਵਣ ਕਰਕੇ, ਮੰਨਣ ਕਰਕੇ, ਨੰਦਿਆਸਣ ਕਮਾਈ ਕਰਕੇ ਆਪਣੇ ਸੁੱਤੇ ਪਏ ਮਨ ਨੂੰ ਜਗਾ ਲਓ। ਜਾਗ ਲਿਹੋ ਮਨ ਜਾਗਨ ਹਾਰੇ। ਮਹਾਰਾਜ ਕਹਿੰਦੇ ਨੇ ਸੁੱਤਾ ਪਿਆ ਮਨ ਇਹਨੂੰ ਜਗਾ ਲਓ, ਕਿਉਂਕਿ ਨੇਤਰ ਸੋਏ ਪਰ ਦ੍ਰਿਸ਼ਟ ਵਿਕਾਰ, ਕਰਨ ਸੋਏ ਸੁਣ ਨਿੰਦ ਵਿਚਾਰ। ਇਸ ਗ੍ਰਹਿ ਮੈਂ ਕੋਈ ਜਾਗਤ ਰਹੇ, ਇਸ ਘਰ ਵਿੱਚ ਕੋਈ ਜਾਗਦਾ ਹੈ, ਸਾਬਤ ਵਸਤ ਉਹ ਆਪਣੀ ਲਹੈ। ਆਪਣੇ ਆਤਮਿਕ ਵਸਤੂ ਨੂੰ ਉਹ ਪ੍ਰਾਪਤ ਕਰ ਸਕਦਾ ਹੋਵੇ, ਆਪਣੇ ਆਪੇ ਨੂੰ ਜਾਣ ਸਕਦਾ ਹੋਵੇ ਕਿ ਮਰਨਹਾਰ ਇਹ ਜਿਉਰਾ ਨਾਹੀਂ, ਕਿ ਮਰਨ ਵਾਲਾ ਇਹ ਜੀ ਹੈ ਹੀ ਨਹੀਂ। ਮਹਾਰਾਜ ਜੀ ਨੇ ਕਿਹਾ ਕਿ ਇਹ ਜੋ ਕੁਝ ਤੈਨੂੰ ਦਿਸ ਰਿਹਾ ਨਾ ਸਭ ਸੁਪਨੇ ਦੀ ਖੇਲ ਹੈ। ਆਵਨ ਜਾਨ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਵਾਹਿਗੁਰੂ ਨੇ ਇਹ ਆਉਣਾ ਜਾਣਾ ਇੱਕ ਖੇਲ ਬਣਾਇਆ ਹੋਇਆ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਵੀ ਕਿਹਾ ਨਾ ਕਿ ਇਹ ਖੇਲ ਹੈ, ਇਹ ਤਮਾਸ਼ਾ ਹੈ। ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਜਿਹਨੂੰ ਪਤਾ ਲੱਗ ਜੇ ਕਿ ਇਹ ਸੁਪਨਾ ਹੈ, ਇਹ ਤਮਾਸ਼ਾ ਹੈ ਇੱਕ, ਉਹ ਫਿਰ ਜੇ ਤਾਂ ਤਮਾਸ਼ੇ ਵਿੱਚ ਆਪ ਤਮਾਸ਼ਾ ਬਣ ਕੇ ਜਿਹੜਾ ਹੈ ਉਹ ਪਾਤਰ ਬਣ ਕੇ ਉਹਦੇ ਵਿੱਚ ਖੇਲਣ ਲੱਗ ਪਵੇ ਤੇ ਉਹਨੂੰ ਸੱਚਾ ਮੰਨਣ ਲੱਗ ਪਵੇ, ਫਿਰ ਉਹ ਸਾਰਾ ਦੁੱਖ ਸੁੱਖ ਉਸ ਨੂੰ ਆ ਕੇ ਚਿੰਬੜਦਾ ਹੈ। ਜੇ ਕਰਕੇ ਬਾਹਰ ਦ੍ਰਿਸ਼ਟਾ ਹੋ ਕਰਕੇ ਵੇਖ ਰਿਹਾ ਹੋਵੇ, ਫਿਰ ਉਹ ਤਮਾਸ਼ੇ ਦਾ ਵੀ ਆਨੰਦ ਲੈਂਦਾ ਹੈ। ਇਸ ਤਰ੍ਹਾਂ ਜਿਹੜੇ ਆਪਣੀ ਦੇਹ ਤੋਂ ਵੱਖ ਹੋ ਜਾਂਦੇ ਆ, ਜਿਹੜੇ ਜਾਗ ਪੈਂਦੇ ਆ ਨਾ, ਉਹ ਫਿਰ ਇਸ ਤਮਾਸ਼ੇ ਦਾ, ਇਸ ਜਗਤ ਦੇ ਅੰਦਰ ਆਪਣੇ ਦੁਆਰਾ ਜੋ ਕਿਰਿਆਵਾਂ ਹੋ ਰਹੀਆਂ ਨੇ, ਜਿਨ੍ਹਾਂ ਦਾ ਕੋਈ ਸਰੀਰ ਕਰਕੇ ਸੰਬੰਧ ਹੈ, ਉਹ ਆਪ ਦ੍ਰਿਸ਼ਟਾ ਰੂਪ ਹੋ ਕਰਕੇ ਵੇਖਦੇ ਆ ਜਗਤ ਦੇ ਤਮਾਸ਼ੇ ਨੂੰ, ਤੇ ਇਸ ਕਰਕੇ ਉਹ ਜਗਤ ਦੇ ਦੁੱਖਾਂ ਕਰਕੇ ਦੁਖੀ ਨਹੀਂ ਹੁੰਦੇ।
ਜਗਤ ਦੇ ਸੁੱਖਾਂ ਕਰਕੇ ਸੁਖੀ ਨਹੀਂ ਹੁੰਦੇ। ਇਸ ਕਰਕੇ ਉਹ ਸੰਸਾਰ ਦਾ ਇਹ ਸੁਪਨਾ ਵੇਖਦੇ ਤੇ ਹੈਗੇ, ਪਰ ਉਹਨਾਂ ਨੂੰ ਪਤਾ ਹੈ ਕਿ ਇਹ ਜਗਤ ਸੱਚਾ ਨਹੀਂ, ਇਹ ਸੁਪਨਾ ਹੈ। ਜਿਵੇਂ ਜਾਗਣ ਤੋਂ ਮਨੁੱਖ ਨੂੰ ਗਿਆਨ ਹੋ ਜਾਂਦਾ ਹੈ, ਸੁਪਨੇ ਵਿੱਚ ਵੇਖੀ ਚੀਜ਼ ਜਿਹੜੀ ਹੈ, ਸੁਪਨੇ ਵਿੱਚ ਜਿਹੜਾ ਮਹਿਲ ਵੇਖਿਆ ਸੀ ਕਿ ਪ੍ਰਤੱਖ ਜਾਗ ਕੇ ਉਹਦੇ ਵਿੱਚ ਸੌਂਦਾ ਹੈ? ਨਹੀਂ ਨਾ ਸੌਂ ਸਕਦਾ। ਇਸ ਤਰ੍ਹਾਂ ਇਹ ਜੋ ਕੁਝ ਜਗਤ ਦਾ ਹੈ ਉਹਨੂੰ ਸੁਪਨੇ ਦੀ ਨਿਆਈ ਮਿੱਥਿਆ ਮੰਨਦੇ ਆ ਰੱਬ ਦੇ ਪਿਆਰੇ, ਨਾਸ਼ ਹੋ ਜਾਣ ਵਾਲਾ ਮੰਨਦੇ ਆ, ਤੇ ਜਰਾ ਜਿੰਨਾ ਵੀ ਇਹਦੇ ਤੇ ਭਰੋਸਾ ਨਹੀਂ ਰੱਖਦੇ, ਕਿਉਂਕਿ ਮਹਾਰਾਜ ਨੇ ਕਿਹਾ ਬਿਨਸਤ ਲਗਤ ਨਾ ਬਾਰ। ਬਹੁਤ ਸਾਰੇ ਭਰੋਸੇ ਜੀਵ ਬਣਾ ਕਰਕੇ ਰੱਖਦਾ ਹੈ, ਪਰ ਸਾਰੇ ਗਿਰ ਜਾਂਦੇ ਆ। ਜਿਨ ਜਿਨ ਜਗਤ ਦੇ ਉੱਤੇ ਭਰੋਸਾ ਰੱਖਿਆ, ਜਗਤ ਦੇ ਅੰਦਰ ਜਿਹੜੀਆਂ ਓਟਾਂ ਲਈਆਂ, ਜੇ ਜਗਤ ਬਿਨਸਦਿਆਂ ਦੇਰ ਨਹੀਂ ਲੱਗਦੀ ਤੇ ਜਗਤ ਦੀਆਂ ਓਟਾਂ ਉਹ ਬਿਨਸਦਿਆਂ ਕਿਵੇਂ ਜਿਹੜੀ ਆ ਦੇਰ ਨਹੀਂ ਲੱਗੇਗੀ, ਭਾਵ ਕਿ ਉਹ ਵੀ ਝੱਟ ਹੀ ਬਿਨਸ ਜਾਂਦੀਆਂ। ਜੇ ਕੋਈ ਵੈਦਾਂ ਦਾ ਆਸਰਾ ਲੈਂਦਾ, ਡਾਕਟਰਾਂ ਦਾ ਆਸਰਾ ਲੈਂਦਾ ਕਿ ਮੈਨੂੰ ਡਾਕਟਰ ਬਚਾ ਲੈਣਗੇ, ਮਹਾਰਾਜ ਕਹਿੰਦੇ ਭਾਈ ਜਦੋਂ ਵਾਹਿਗੁਰੂ ਦਾ ਹੁਕਮ ਆਉਂਦਾ ਨਾ, ਉਦੋਂ ਫਿਰ ਡਾਕਟਰ ਬਚਾ ਨਹੀਂ ਸਕਦੇ। ਔਸ਼ਧੀ ਵੀ ਉਦੋਂ ਹੀ ਕੰਮ ਕਰਦੀ ਹੈ ਜਦੋਂ ਵਾਹਿਗੁਰੂ ਜੀ ਆਪ ਹੀ ਔਸ਼ਧੀ ਵਿੱਚ ਖਲੋ ਜਾਣ। ਔਖਦ ਆਏ ਰਾਸ ਵਿੱਚ ਆਪ ਖਲੋਇਆ। ਜਦੋਂ ਆਪ ਖਲੋਵੇ ਵਿੱਚ ਵਾਹਿਗੁਰੂ, ਦਵਾਈ ਵੀ ਉਦੋਂ ਅਸਰ ਕਰਦੀ ਜਦੋਂ ਉਹਨੇ ਪ੍ਰਾਣ ਬਚਾਉਣੇ ਹੋਣ। ਤੇ ਕਬੀਰ ਸਾਹਿਬ ਜੀ ਨੇ ਵੀ ਕਿਹਾ ਨਾ, ਕਬੀਰ ਵੈਦ ਕਹੈ ਹਉ ਹੀ ਭਲਾ, ਦਾਰੂ ਮੇਰਾ ਵਸ, ਇਹ ਤੋਂ ਬਸਤ ਗੋਪਾਲ ਕੀ, ਜਬ ਭਾਵੈ ਲੇ ਖਸ। ਜਦੋਂ ਵਾਹਿਗੁਰੂ ਨੂੰ ਪਾਉਂਦਾ ਉਦੋਂ ਇਹ ਖੋਹ ਲੈਂਦਾ ਹੈ। ਜਗਤ ਸੁਪਨਾ ਉਹਨਾਂ ਨੂੰ ਦਿਸ ਪੈਂਦਾ ਹੈ ਕਿ ਇਹ ਜਗਤ ਮਿੱਥਿਆ ਹੈ, ਸੁਪਨੇ ਦੀ ਨਿਆਈ ਹੈ। ਦੇਹਾਂ ਨੂੰ ਬਿਨਸਦਿਆਂ ਦੇਰ ਨਹੀਂ ਲੱਗਦੀ, ਜਗਤ ਨੂੰ ਬਿਨਸਦਿਆਂ ਦੇਰ ਨਹੀਂ ਲੱਗਦੀ। ਇਹ ਜਗਤ ਤਾਂ ਛਿਨ ਮਾਤਰ ਸਮੇਂ 'ਚ ਹੀ ਬਿਨਸ ਜਾਂਦਾ ਹੈ। ਜੇ ਥੋੜਾ ਜਿਹਾ ਸਮੁੰਦਰ ਹੀ ਉਛਲ ਜੇ ਤਾਂ ਕੀ ਭਾਵ ਹੋਵੇ, ਜੇ ਭੁਚਾਲ ਆ ਜੇ ਤਾਂ ਕੀ ਹਾਲਤ ਬਣੇ। ਇਉਂ ਸੱਚੇ ਪਾਤਸ਼ਾਹ ਮਹਾਰਾਜ ਦੇ ਹੁਕਮ 'ਚ ਸਭ ਕੁਝ ਥੰਮਿਆ ਪਿਆ ਹੈ। ਜਿਹੜਾ ਜਗਤ ਵੈ ਇਹਨੂੰ ਸਥਿਰ ਨਹੀਂ, ਮਹਾਰਾਜ ਕਹਿੰਦੇ ਭਾਈ ਮੰਨਣਾ ਚਾਹੀਦਾ। ਰੇ ਨਰ ਇਹ ਸਾਚੀ ਜੀ ਧਾਰ, ਇਹ ਸੱਚੀ ਸਿੱਖਿਆ ਆਪਣੇ ਅੰਦਰ ਧਾਰਨ ਕਰ ਲਓ ਹੈ ਗੁਰਮੁਖੋ, ਕਿ ਸਗਲ ਜਗਤ ਹੈ ਜੈਸੇ ਸੁਪਨਾ। ਸਾਰਾ ਜਗਤ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਰਾਤ ਦਾ ਆਇਆ ਹੋਇਆ ਮਹਾਰਾਜ ਕਹਿੰਦੇ ਸੁਪਨਾ ਹੈ। ਬਿਨਸਤ ਲਗਤ ਨਾ ਬਾਰ, ਬਿਨਸਦਿਆਂ ਨਾਸ਼ ਹੁੰਦਿਆਂ ਜਿਵੇਂ ਦੇਰ ਨਹੀਂ ਨਾ ਲੱਗਦੀ ਸੁਪਨੇ ਨੂੰ, ਇਵੇਂ ਮਹਾਰਾਜ ਕਹਿੰਦੇ ਸਾਰੇ ਜਗਤ ਨੂੰ ਬਿਨਸਦਿਆਂ ਦੇਰ ਨਹੀਂ ਲੱਗਦੀ। ਸਾਰਾ ਜਗਤ ਹੀ ਬਿਨਸਨਹਾਰ ਹੈ, ਨਾਸ਼ਵੰਤ ਹੈ। ਰਹਾਉ। ਵਿਸ਼ਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ, ਪਾਰੂ ਭੀਤ ਬਨਾਈ ਰਚ ਪਚ। ਹਜੂਰ ਹੋਰ ਪ੍ਰਮਾਣ ਦੇ ਕੇ ਜਗਤ ਦੀ ਸਚਾਈ ਦੱਸਦੇ ਐ। ਮਹਾਰਾਜ ਕਹਿੰਦੇ ਜਿਹੜੀ ਬਾਰੂ ਭੀਤ ਬਨਾਈ ਰਚ ਪਚ, ਚੰਗੀ ਤਰ੍ਹਾਂ ਪਾਣੀ ਵਿੱਚ ਰਚਾ ਕਰਕੇ ਜਦੋਂ ਬਾਰੂ ਦੀ ਰੇਤ ਦੀ ਕੰਧ ਬਣਾਈ ਤੇ ਉੱਚੀ ਚੰਗੀ ਤਰ੍ਹਾਂ ਉਹਨੂੰ ਪੋਚਣਾ ਕੀਤਾ। ਰਹਿਤ ਨਹੀਂ ਦਿਨ ਚਾਰ, ਪਰ 4 ਦਿਨ ਵੀ ਉਹ ਰੇਤ ਦੀ ਕੰਧ ਖੜੀ ਨਹੀਂ ਰਹਿ ਸਕਦੀ। ਜਦੋਂ ਹਵਾ ਚੱਲਦੀ ਹੈ, ਹਵਾ ਦੇ ਚੱਲਣ ਨਾਲ ਪਾਣੀ ਵਿੱਚੋਂ ਸੋਖਿਆ ਜਾਂਦਾ ਹੈ ਤੇ ਉਹ ਜਿਹੜੀ ਬਣਾਈ ਹੋਈ ਕੰਧ ਹੈ ਬਾਰੂ ਦੀ ਰੇਤ ਦੀ, ਉਹ ਗਿਰ ਜਾਂਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਉਂ ਜਿਹੜੀਆਂ ਇਹ ਦੇਹਾਂ ਹਨ ਨਾ, ਇਹ ਰੇਤ ਦੀ ਕੰਧ ਦੀ ਨਿਆਈ ਹਨ। ਇਹਨਾਂ ਨੂੰ ਜਿਹੜੀ ਇਹ ਦੇਹ ਹੈ ਇਹ ਰੇਤ ਦੀ ਕੰਧ ਦੀ ਨਿਆਈ ਹੈ। ਇਸ ਪ੍ਰਕਾਰ ਤਿੰਨਾਂ ਗੁਣਾਂ ਦਾ ਵਿੱਚ ਜਿਹੜਾ ਹੈ ਉਹ ਪਾਣੀ ਪਾ ਕਰਕੇ ਚੰਗੀ ਤਰ੍ਹਾਂ ਇਹਨੂੰ ਜਿਹੜਾ ਹੈ ਰਚਾ ਕਰਕੇ ਵਾਹਿਗੁਰੂ ਨੇ ਬਣਾਉਣਾ ਕੀਤਾ ਹੈ। ਉੱਤੋਂ ਜਿਹੜਾ ਹੈ ਚਮੜੀ ਦਾ ਪੋਚਾ ਕੀਤਾ ਹੈ। ਬਾਰੂ ਭੀਤ ਬਨਾਈ ਰਚ ਪਚ। ਇਸ ਪ੍ਰਕਾਰ 5 ਤੱਤਾਂ ਰੂਪੀ ਰੇਤ ਦੇ ਨਾਲ ਇਸ ਦੇਹ ਰੂਪੀ ਕੰਧ ਨੂੰ ਵਾਹਿਗੁਰੂ ਨੇ ਉਸਾਰਨਾ ਕੀਤਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਫਿਰ ਚਮੜੀ ਦਾ ਉੱਤੇ ਪੋਚਾ ਲਾਉਣਾ ਕੀਤਾ ਹੈ। ਇਸ ਤਰ੍ਹਾਂ ਇਹ ਦੇਹ ਬਣਾਈ ਹੈ, ਪਰ ਰਹਿਤ ਨਹੀਂ ਦਿਨ ਚਾਰ। ਇਹ ਹਫ਼ਤੇ ਦੇ ਅੰਦਰ ਜਿਹੜੇ 7 ਦਿਨ ਹੁੰਦੇ ਆ,
ਇਹਨਾਂ ਵਿੱਚੋਂ ਜੇ ਗਿਣੀਏ, ਇੱਕ ਦਿਨ ਜਨਮ ਦਾ ਹੈ, ਇੱਕ ਦਿਨ ਮਰਨ ਦਾ ਹੈ, ਤੇ ਇੱਕ ਦਿਨ ਜਿਹੜਾ ਆਪਣੇ ਕੋਲ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਭਾਈ ਬਾਕੀ 4 ਦਿਨ ਹੀ ਬਚਦੇ ਹਨ। ਭਾਵ ਕਹਿਣ ਤੋਂ ਕਿ ਥੋੜੇ ਸਮੇਂ ਦੀ ਇਹ ਜ਼ਿੰਦਗੀ ਹੈ, ਬਹੁਤਾ ਲੰਮਾ ਸਮਾਂ ਇਹ ਦੇਹ ਨਹੀਂ ਹੈ ਜਿਸ ਨੂੰ ਤੂੰ ਬਹੁਤ ਇੰਨੀਆਂ ਜ਼ਿਆਦੀਆਂ ਇੱਥੇ ਤਿਆਰੀਆਂ ਕਰਦਾ, ਇੰਨਾ ਜ਼ਿਆਦਾ ਪਸਾਰਦਾ ਹੈ ਕਿ ਜਿਵੇਂ ਤੂੰ ਕਈ ਯੁੱਗ ਇੱਥੇ ਹੀ ਬਤੀਤ ਕਰਨੇ ਹੋਣ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਆ ਵਾਸ਼ਨਾ ਦੇ ਨਾਲ ਹੋਰ ਦੇਹਾਂ ਧਾਰ ਕੇ ਭਾਵੇਂ ਜੇ ਨਾਮ ਨਹੀਂ ਜਪਿਆ ਤੇ ਜੂਨਾਂ ਵਿੱਚ ਭਟਕ ਕੇ ਆਵੇਂਗਾ, ਪਰ ਜਿਹੜਾ ਕੁਝ ਤੂੰ ਬਣਾਇਆ ਹੋਇਆ ਮਨੁੱਖਾ ਦੇਹ ਦੇ ਵਿੱਚ ਆ ਕਰਕੇ ਉਸ ਦਾ ਮਾਲਕ ਨਹੀਂ ਰਹਿ ਸਕੇਗਾ। ਕਿ ਇਸ ਪਸਾਰੇ ਦੇ ਅੰਦਰ ਤੂੰ ਆਪਣੇ ਚਿੱਤ ਨੂੰ ਲਾਇਆ ਹੋਇਆ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਇਸ ਤਰ੍ਹਾਂ ਤੇਰੀ ਇਹ ਜਿਹੜੀ ਦੇਹ ਹੈ ਨਾ, ਰੇਤ ਦੀ ਕੰਧ ਦੀ ਨਿਆਈ ਹੈ, ਤੇ ਰੇਤ ਦੀ ਕੰਧ ਜਿਹੜੀ ਆ ਉਹ ਝਾਟੀ ਡਿੱਗ ਜਾਂਦੀ ਹੈ। ਇਸ ਤਰ੍ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਕਾਲ ਰੂਪੀ ਹਵਾ ਚੱਲਦੀ ਹੈ ਨਾ, ਤੇ ਫਿਰ ਇਹ ਸਵਾਸਾਂ ਰੂਪੀ ਪਾਣੀ ਅੰਦਰੋਂ ਸੋਖਿਆ ਜਾਂਦਾ ਹੈ, ਤੇ ਫਿਰ ਜਿਹੜੀ ਇਹ ਦੇਹ ਰੂਪੀ ਕੰਧ ਹੈ ਇਹ ਡਿੱਗ ਜਾਂਦੀ ਹੈ, ਢੱਠ ਜਾਂਦੀ ਹੈ। ਜਿਹੜੇ 5 ਗੁਣਾਂ ਦੀ, ਜਿਹੜੇ ਇਸ ਪ੍ਰਕਾਰ 5 ਤੱਤਾਂ ਦੀ ਰੇਤ ਲਾ ਕਰਕੇ ਵਾਹਿਗੁਰੂ ਨੇ ਬਣਾਈ ਹੈ, ਰਚ ਪਚ ਇਹਨੂੰ ਰਚਾ ਕੇ ਭਾਵ ਉੱਤੋਂ ਚਮੜੀ ਦਾ ਪਚ ਪੋਚਾ ਲਾਉਣਾ ਕੀਤਾ ਹੈ। ਇਹ ਵਾਹਿਗੁਰੂ ਨੇ ਰਚਨਾ ਹੀ ਐਸੀ ਬਣਾਈ ਹੈ, ਰਹਿਤ ਨਹੀਂ ਦਿਨ 4 ਦਿਨ ਵੀ ਨਹੀਂ ਰਹਿ ਸਕਦੀ। ਭਾਵ 4 ਦਿਨ ਦੀ ਜਿਹੜੀ ਇਹ ਜ਼ਿੰਦਗੀ ਹੈ ਨਾ, ਇਹ ਮਹਾਰਾਜ ਕਹਿੰਦੇ ਥੋੜੇ ਦਿਨ ਦੀ ਤੈਨੂੰ ਥੋੜੇ ਸਮੇਂ ਲਈ ਪ੍ਰਾਪਤ ਹੋਈ ਹੈ। ਇਸ ਕਰਕੇ ਵਾਹਿਗੁਰੂ ਦਾ ਭਜਨ ਕਰ ਲੈ ਰੇ ਨਰ, ਇਹ ਸਾਚੀ ਜੀ ਧਾਰ। ਹੇ ਮਨੁੱਖ, ਇਹ ਸੱਚੀ ਸਿੱਖਿਆ ਨੂੰ ਆਪਣੇ ਹਿਰਦੇ ਦੇ ਅੰਦਰ ਧਾਰਨ ਕਰ ਲੈ। ਤੇ ਕਈ ਕਹਿੰਦੇ ਆ ਨਾ ਜੀ ਸ਼ੁਭ ਬੋਲੋ, ਮਰਨ ਦੀ ਗੱਲ ਨਹੀਂ ਕਰੀਦੀ। ਮਰਨ ਦਾ ਉਹ ਨਾਂ ਹੀ ਨਹੀਂ ਸੁਣਨਾ ਚਾਹੁੰਦੇ। ਜਦੋਂ ਗੁਰਦੁਆਰੇ ਸਾਹਿਬ ਮਹਾਰਾਜ ਦੇ ਹਜੂਰ ਆਈਏ, ਸਤਿਗੁਰੂ ਜੀ ਦਾ ਉਪਦੇਸ਼ ਸੁਣ ਕੇ ਵੀ ਜੇ ਕਟਾਕਸ਼ ਕਰੀਏ ਕਿ ਮੌਤ ਦੀ ਗੱਲ ਨਾ ਸੁਣਾਓ, ਤੇ ਫਿਰ ਕਿੱਥੇ ਸੱਚੀ ਸਿੱਖਿਆ ਆਪਾਂ ਸਰਵਣ ਕਰਾਂਗੇ ਜਾ ਕਰਕੇ। ਮਹਾਰਾਜ ਜੀ ਤਾਂ ਕਹਿੰਦੇ ਐ ਕਿ ਇਹ ਸਾਚੀ ਜੀ ਧਾਰ, ਇਹ ਸੱਚੀ ਸਿੱਖਿਆ ਆਪਣੇ ਹਿਰਦੇ ਦੇ ਅੰਦਰ ਧਾਰਨ ਕਰ ਲੈ, ਸਦਾ ਲਈ ਵਸਾ ਲੈ ਕਿ ਸਗਲ ਜਗਤ ਹੈ ਜੈਸੇ ਸੁਪਨਾ। ਸਾਰਾ ਜਗਤ ਜਿਹਦੇ ਵਿੱਚ ਤੂੰ ਕਹਿੰਦਾ ਕਿ ਆਹ ਜਗ ਮਿੱਠਾ ਅਗਲਾ ਕਿਨ ਟਿੱਠਾ, ਖਾਓ ਪੀਓ ਮੌਜ ਹੰਡਾਓ, ਇਹ ਸਾਰਾ ਜਗਤ ਸੁਪਨੇ ਦੀ ਨਿਆਈ ਹੈ। ਜਿਹੜੇ ਤੈਨੂੰ ਸਵਾਦ ਰਸ ਲੱਗੇ ਹੋਏ ਐ, ਜਾਣ ਲੈ ਛੁਟਕ ਜਾਵੇਗਾ ਸਭ ਕੁਝ। ਸਾਰਾ ਜਗਤ ਸੁਪਨੇ ਦੀ ਨਿਆਈ ਹੈ। ਪੁੱਤਾਂ ਧੀਆਂ ਨੂੰ ਸਭ ਨੂੰ ਛੱਡ ਕੇ ਚਲੇ ਜਾਏਗਾ। ਕਿੱਥੇ ਉਰਝਿਆ ਹੋਇਆ ਹੈ, ਕਿੱਥੇ ਫਸ ਗਿਆ ਹੈ ਤੂੰ। ਇਹ ਰੇਤ ਦੀ ਕੰਧ ਦੀ ਨਿਆਈ ਤੇਰੀ ਦੇਹ ਹੈ, ਜਿਹਦੀ ਬਾਬਤ ਕਿਹਾ ਨਾ, ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ, ਹਾਡ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ, ਪ੍ਰਾਣੀ ਕਿਆ ਤੇਰਾ ਕਿਆ ਮੇਰਾ, ਜੈਸੇ ਤਰਵਰ ਪੰਖ ਬਸੇਰਾ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਭਗਤ ਰਸਨਾ ਤੋਂ ਬਾਣੀ ਵਿੱਚ ਕਹਿੰਦੇ ਆ, ਇਹ ਹਾਲਤ ਹੈ ਸਰੀਰ ਦੀ। ਇਹ ਜਲ ਦੀ ਕੰਧ ਕਿਸੇ ਵੇਖੀ ਹੈ? ਜਲ ਦਾ ਤੱਤ ਬਹੁਤ ਹੈ ਨਾ, ਇਸ ਕਰਕੇ ਕਿਹਾ ਜਲ ਕੀ ਭੀਤ ਪਵਨ ਕਾ ਥੰਬਾ, ਸਵਾਸਾਂ ਦਾ ਥੰਬਾ ਦਿੱਤਾ ਹੋਇਆ ਇਸ ਦੇਹ ਦੇ ਅੰਦਰ। ਰਕਤ ਬੁੰਦ ਕਾ ਗਾਰਾ, ਰਕਤ ਲਹੂ ਦਾ ਤੇ ਮਿੱਝ ਦਾ ਗਾਰਾ ਕੀਤਾ ਹੋਇਆ। ਫਿਰ ਹੱਡੀਆਂ ਤੇ ਮਾਸ ਹੈ, ਨਾੜੀਆਂ ਹਨ ਤੇ ਪਿੰਜਰਾ ਖੜਾ ਕੀਤਾ ਹੋਇਆ। ਇਹਦੇ ਵਿੱਚ ਜੀਵ ਰੂਪੀ ਪੰਖੀ ਵਸ ਰਿਹਾ ਹੈ, ਪੰਖੀ ਬਸੈ ਵਿਚਾਰਾ। ਇਉਂ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਬਾਰੂ ਭੀਤ ਬਣਾਈ ਰਚ ਪਚ। ਇਹ ਬਾਰੂ ਰੇਤ ਦੀ ਕੰਧ ਦੀ ਨਿਆਈ ਜਿਹੜਾ ਹੈ ਵਾਹਿਗੁਰੂ ਜੀ ਨੇ 5 ਤੱਤਾਂ ਨਾਲ ਰਚਾ ਕਰਕੇ ਚੰਗੀ ਤਰ੍ਹਾਂ ਚਮੜੀ ਦਾ ਪੋਚਾ ਦੇ ਕਰਕੇ ਇਸ ਨੂੰ ਬਣਾਉਣਾ ਕੀਤਾ ਏ। ਰਹਿਤ ਨਹੀਂ ਦਿਨ 4, ਇਹ ਦੇਹਾਂ ਜਿਹੜੀਆਂ 4 ਦਿਨ ਵੀ ਨਹੀਂ ਰਹਿ ਸਕਣਗੀਆਂ। ਮਹਾਰਾਜ ਕਹਿੰਦੇ ਰੇਤ ਦੀ ਕੰਧ ਦੀ ਤਰ੍ਹਾਂ ਇਹ ਦੇਹਾਂ ਕਿਰ ਜਾਣਗੀਆਂ। ਇਸ ਦੇਹ ਤੋਂ ਲਾਭ ਲੈ ਲੈ। ਕੀ ਤੂੰ ਇਸ ਦੇਹ ਨੂੰ ਬੜਾ ਸੰਭਾਲ ਕੇ ਰੱਖਿਆ, ਹੱਥਾਂ ਨਾਲ ਸੇਵਾ ਨਹੀਂ ਕਰਦਾ, ਸਰੀਰ ਨਾਲ ਕੋਈ ਜਪ ਤਪ ਸਾਧਨਾ ਨਹੀਂ ਕਰਦਾ ਹੈ? ਸੱਚੇ ਪਾਤਸ਼ਾਹ ਕਹਿੰਦੇ ਸੱਚੀ ਸਿੱਖਿਆ ਅੰਦਰ ਧਾਰਨ ਕਰ ਲਓ,
ਇਹ ਦੇਹਾਂ ਰਹਿਣੀਆਂ ਨਹੀਂ, 4 ਦਿਨ ਨਹੀਂ ਕੱਢਣੀਆਂ। ਤੈਸੇ ਹੀ ਇਹ ਸੁਖ ਮਾਇਆ ਕੇ। ਕਿਸ ਤਰ੍ਹਾਂ ਦੇ ਹੀ ਇਹ ਮਾਇਆ ਦੇ ਸਾਰੇ ਸੁੱਖ ਹਨ। ਕਿਸ ਤਰ੍ਹਾਂ ਦੇ? ਰੇਤ ਦੀ ਕੰਧ ਦੀ ਤਰ੍ਹਾਂ। ਕਿਸ ਤਰ੍ਹਾਂ ਦੇ? ਜਿਵੇਂ ਮਹਾਰਾਜ ਕਹਿੰਦੇ ਰਾਤ ਦਾ ਸੁਪਨਾ ਹੈ, ਤਿਸ ਤਰ੍ਹਾਂ ਦੇ ਸਾਰੇ ਮਾਇਆ ਦੇ ਸੁੱਖ ਵੈ। ਜਿਸ ਮਾਇਆ ਤੋਂ ਤੈਨੂੰ ਸੁੱਖ ਮਿਲ ਰਿਹਾ ਹੈ ਨਾ, ਜਿਸ ਮਾਇਆ ਨੂੰ ਤੂੰ ਚੇਤੇ ਕਰ ਕਰਕੇ ਜਿੰਨੀ ਇਕੱਠੀ ਕੀਤੀ ਹੈ ਤੇ ਬੜਾ ਉਹਦਾ ਸੁੱਖ ਮੰਨ ਰਿਹਾ ਹੈ ਕਿ ਬੜਾ ਤੇਰਾ ਇਹ ਸੰਭਾਲ ਕਰੇਗੀ, ਬੜੀ ਤੇਰੀ ਰੱਖਿਆ ਹੋਵੇਗੀ, ਔਖੇ ਵੇਲੇ ਬਸ ਇੰਨੇ ਹੀ ਕੰਮ ਸਾਰੇ ਸਵਾਰਨੇ ਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਿਵੇਂ ਜਗਤ ਦੇ ਅੰਦਰ ਜੀਵ ਜਿਉਂਦੇ ਐ, ਲਾਲਸਾ ਲਾ ਕਰਕੇ ਚੇਤੇ ਰੱਖ, ਜਿਵੇਂ ਰਾਤ ਦਾ ਸੁਪਨਾ ਬਿਨਸਦਾ ਹੈ ਇਵੇਂ ਮਾਇਆ ਦੇ ਸੁੱਖ ਬਿਨਸ ਜਾਣਗੇ। ਜਿਵੇਂ ਰੇਤ ਦੀ ਕੰਧ ਡਿੱਗ ਜਾਂਦੀ ਹੈ ਇਵੇਂ ਮਾਇਕੀ ਸੁੱਖ ਸਾਰੇ ਸਮਾਪਤ ਹੋ ਜਾਣਗੇ। ਉਰਜਿਓ ਕਹਾ ਗਵਾਰ। ਹਜ਼ੂਰ ਕਹਿੰਦੇ ਨੇ ਮੂਰਖਾ ਤੂੰ ਕਿੱਥੇ ਉਲਝ ਗਿਆ ਹੈ, ਕਿੱਥੇ ਫਸ ਗਿਆ ਹੈ। ਇਹ ਮਾਇਆ ਦੇ ਜੰਜਾਲ ਵਿੱਚ ਹੀ ਤੂੰ ਇੰਨਾ ਜ਼ਿਆਦਾ ਗ੍ਰਸਤ ਕੁਟੰਬ ਪਲੇਟਿਆ, ਕਦੇ ਹਰਖ ਕਦੇ ਸੋਗ, ਇੰਨਾ ਜ਼ਿਆਦਾ ਤੂੰ ਲਵੇਟਿਆ ਗਿਆ ਇਹਦੇ ਵਿੱਚ। ਕਦੇ ਤੈਨੂੰ ਖੁਸ਼ੀ, ਕਦੇ ਗਮੀ, ਕਦੇ ਹੱਸਦਾ ਕਦੇ ਰੋਂਦਾ ਹੈ। ਇਹੋ ਜੀ ਤੇਰੀ ਹਾਲਤ ਵੈ, ਇੱਕ ਜਿਹਾ ਤਾਂ ਰਹਿੰਦਾ ਹੀ ਨਹੀਂ, ਕਦੇ ਉਤਰਾ ਕਦੇ ਚੜਾ। ਇਹੋ ਜੀ ਹਾਲਤ ਵੈ ਸੰਸਾਰ ਦੇ ਅੰਦਰ। ਮਹਾਰਾਜ ਕਹਿੰਦੇ ਹਨ ਤੈਸੇ ਹੀ ਇਹ ਸੁਖ ਮਾਇਆ ਕੇ। ਮਾਇਆ ਦੇ ਸੁੱਖ ਤਾਂ ਉਹ ਰੇਤ ਦੀ ਕੰਧ ਵਰਗੇ ਐ, ਮਾਇਆ ਦੇ ਸੁੱਖ ਤਾਂ ਰਾਤ ਦੇ ਸੁਪਨੇ ਵਰਗੇ ਐ। ਤੇ ਉਰਜਿਓ ਕਹਾਂ ਗਵਾਰ, ਮੂਰਖਾ ਤੂੰ ਕਿੱਥੇ ਉਲਝ ਗਿਆ ਹੈ, ਕਿੱਥੇ ਫਸ ਗਿਆ ਹੈ। ਰੇ ਨਰ ਇਹ ਸਾਚੀ ਜੀ ਧਾਰ, ਇਹ ਸੱਚੀ ਸਿੱਖਿਆ ਮਹਾਰਾਜ ਕਹਿੰਦੇ ਆਪਣੇ ਅੰਦਰ ਧਾਰਨ ਕਰ ਲੈ। ਮਾਇਆ ਤੋਂ ਜਿੰਨੇ ਤੈਨੂੰ ਸੁੱਖ ਮਿਲ ਰਹੇ ਆ ਨਾ, ਮਾਇਕੀ ਪਦਾਰਥ ਜਿੰਨੇ ਭੋਗ ਰਿਹਾ ਹੈ, ਹਜੂਰ ਕਹਿੰਦੇ ਬਿਨਸਤ ਲਗਤ ਨਾ ਬਾਹਰ। ਇਹਨਾਂ ਦੇ ਬਿਨਸਦਿਆਂ ਦੇਰ ਨਹੀਂ ਲੱਗਣੀ। ਕਿੱਥੇ ਤੂੰ ਇਹਨਾਂ ਵਿੱਚ ਆਪਣੇ ਮਨ ਨੂੰ ਫਸਾ ਲਿਆ ਹੈ, ਸਰੀਰ ਕਰਕੇ ਸੋਚਦਾ ਬੜੇ ਸੁੱਖ ਭੋਗ ਰਿਹਾ, ਬੜੀਆਂ ਮੌਜਾਂ ਨੇ। ਇਹ ਮੌਜਾਂ ਮਹਾਰਾਜ ਕਹਿੰਦੇ ਸਦਾ ਇਉਂ ਰਹਿਣਗੀਆਂ ਨਹੀਂ। ਜਦੋਂ ਇਹ ਪ੍ਰਾਰਬਧ ਖਤਮ ਹੋਈ, ਵਾਹਿਗੁਰੂ ਦਾ ਹੁਕਮ ਆਇਆ, ਇਸ ਦੇਹ ਨੂੰ ਤਿਆਗ ਕੇ ਸੰਸਾਰ ਤੋਂ ਚੱਲ ਪਵੇਂਗਾ, ਕੂਚ ਕਰੇਂਗਾ, ਫਿਰ ਕੀ ਲੈ ਕੇ ਜਾਵੇਂਗਾ। ਇਹ ਜਿਹੜੇ ਪਾਛੇ ਭੋਗ ਜੋ ਭੋਗਵੈ ਤਿੰਨ ਕੋ ਗੁੜ ਲੈ ਖਾਹੇ, ਕਬੀਰ ਸਾਹਿਬ ਕਹਿੰਦੇ ਜਿਹੜੇ ਤੂੰ ਭੋਗ ਭੋਗੇ ਆ ਸੰਸਾਰ ਦੇ ਅੰਦਰ, ਉਹਨਾਂ ਦਾ ਪਰਲੋਕ ਵਿੱਚ ਜੇ ਕਿਸੇ ਕੋਲੋਂ ਗੁੜ ਵੀ ਲੈ ਕੇ ਮੰਗ ਕੇ ਖਾਣ ਨੂੰ ਕਹੇ ਤਾਂ ਉਹਦਾ ਤਾਂ ਗੁੜ ਵੀ ਨਹੀਂ ਮਿਲਦਾ। ਕਹਿੰਦੇ ਭੋਗ ਤੈਂ ਭੋਗੇ ਆ, ਹੁਣ ਸਜਾਵਾਂ ਭੋਗ। ਜਿਹੜੇ ਭੋਗ ਭੋਗੇ ਆ ਨਾ ਦੇਹ ਕਰਕੇ, ਉਹਨਾਂ ਦਾ ਦੁੱਖ ਉੱਥੇ ਆਪ ਹੀ ਤੈਨੂੰ ਭੋਗਣਾ ਪੈਣਾ। ਇਸ ਕਰਕੇ ਦੇਹ ਦੇ ਨਾਲ ਜਿਹੜੇ ਮਾਇਕੀ ਸੁੱਖਾਂ ਨੂੰ ਭੋਗ ਰਿਹਾ ਹੈ, ਵਾਹਿਗੁਰੂ ਦਾ ਨਾਮ ਵਿਸਾਰ ਦਿੱਤਾ ਹੀ, ਸੰਸਾਰ ਨੂੰ ਸਦਾ ਰਹਿਣ ਵਾਲਾ ਮੰਨ ਲਿਆ ਹੈ। ਮਹਾਰਾਜ ਕਹਿੰਦੇ ਉਰਜਿਓ ਕਹਾਂ ਗਵਾਰ, ਮੂਰਖਾ ਤੂੰ ਕਿੱਥੇ ਉਲਝ ਗਿਆ, ਕਿੱਥੇ ਫਸ ਗਿਆ ਹੈ। ਅਜਹੂ ਸਮਝ ਕਛ ਬਿਗੜਿਓ ਨਾਹਿਨ। ਸੱਚੇ ਪਾਤਸ਼ਾਹ ਜੀ ਕਹਿੰਦੇ ਅਜੇ ਵੀ ਸਮਝ ਲੈ, ਕੁਝ ਵਿਗੜਿਆ ਨਹੀਂ ਹੈ, ਕੁਝ ਵੀ ਜਿਹੜਾ ਤੇਰਾ ਨੁਕਸਾਨ ਨਹੀਂ ਹੋਇਆ। ਭਜ ਲੈ ਨਾਮ ਮੁਰਾਰ। ਜਿਹੜਾ ਮੋਹ ਆਦਿਕ ਦੈਂਤਾਂ ਨੂੰ ਮਾਰਨ ਵਾਲਾ ਹੈ ਨਾ, ਮੋਹ ਆਦਿਕ ਜਿਹੜੇ ਅੰਦਰ ਹਨ ਵਕਾਰ, ਬਿਰਤੀ ਅਰੂੜ ਹੋ ਕਰਕੇ ਜੋ ਵਾਹਿਗੁਰੂ ਮੋਹ ਆਦਿਕ ਵਕਾਰਾਂ ਨੂੰ ਅੰਦਰ ਮਾਰਨ ਵਾਲਾ ਹੈ, ਜਿਹੜਾ ਵਕਾਰਾਂ ਦਾ ਆਰ ਅਰੀ ਵੈਰੀ ਹੈ, ਉਸ ਦੇ ਨਾਮ ਦਾ ਮਹਾਰਾਜ ਕਹਿੰਦੇ ਭਜਨ ਕਰ ਲੈ। ਇਉਂ ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਪੰਕਤੀ ਪੜੋ ਫੇਰ। ਅਜਹੂ ਸਮਝ ਕਛ ਬਿਗੜਿਓ ਨਾਹਿਨ। ਮਹਾਰਾਜ ਕਹਿੰਦੇ ਅਜੇ ਵੀ ਸਮਝ ਜਾ, ਕੁਝ ਵਿਗੜਿਆ ਨਹੀਂ ਹੈ। ਜਦੋਂ ਖੂਹ ਵਿੱਚੋਂ ਪਾਣੀ ਕੱਢੀਏ ਨਾ, ਤੇ ਜਿਹੜਾ ਹੈ ਬਰਤਨ, ਘੜਾ ਜਾਂ ਡੋਲ, ਉਹ ਲੱਜ ਨਾਲ ਬੰਨਿਆ ਹੁੰਦਾ ਹੈ, ਤੇ ਜਦੋਂ ਵਿੱਚ ਵਹਾ ਦਈਏ ਸਾਰਾ, ਤੇ ਉਹ ਜੇ ਕਰਕੇ 4 ਉਂਗਲਾਂ ਰੱਸੀ ਹੱਥ ਵਿੱਚ ਰਹਿ ਜਾਵੇ ਤਾਂ ਫਿਰ ਵੀ ਕੁਝ ਨਹੀਂ ਵਿਗੜਦਾ। ਜੇ ਉਸ ਡੋਲ ਨੂੰ ਖਿੱਚ ਲਈਏ ਤੇ ਪਾਣੀ ਪ੍ਰਾਪਤ ਹੋ ਜਾਂਦਾ ਫਿਰ ਵੀ। ਪਰ ਜੇ ਕਰਕੇ ਸਾਰੀ ਲੱਜਾ ਹੀ ਸਿੱਟ ਦਈਏ, ਤੇ ਲੱਜ ਸਿੱਟ ਦੇਣ ਦੇ ਨਾਲ ਫਿਰ ਕੀ, ਰੱਸੀ ਸਿੱਟ ਦੇਣ ਦੇ ਨਾਲ ਤੇ ਨਹੀਂ ਨਾ ਫਿਰ ਡੋਲ ਬਾਹਰ ਆ ਸਕਦਾ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ ਅਜਹੂ ਸਮਝ, ਅਜੇ ਵੀ ਸਮਝ ਲੈ, ਕਿਉਂਕਿ ਤੇਰੇ ਕੋਲ ਸਵਾਸਾਂ ਰੂਪੀ ਜਿਹੜੀ ਤੇਰੀ ਲੱਜਾ ਹੈ ਨਾ, ਰੱਸੀ ਹੈ, ਉਹ ਥੋੜੀ ਜੀ ਤੇਰੇ ਹੱਥ ਵਿੱਚ ਅਜੇ ਹੈਗੀ ਹੈ।
ਕਿਉਂਕਿ ਤੇਰੇ ਸਵਾਸ ਜਿੰਨੇ ਕੁ ਹਨ ਨਾ ਤੇਰੇ ਕੋਲ, ਅਜੇ ਰੱਸੀ ਤੇਰੇ ਹੱਥ ਵਿੱਚ ਹੈ, ਕਿਉਂਕਿ ਜੀ ਰਿਹਾ, ਸਾਹ ਵਗ ਰਹੇ ਹੈ। ਅਜੂ ਸਮਝ, ਜਦੋਂ 4 ਉਂਗਲਾਂ ਰੱਸੀ ਹੱਥ ਵਿੱਚ ਹੋਵੇ ਤੇ ਫਿਰ ਖਿੱਚ ਲਈਏ ਨਾ, ਤੇ ਫਿਰ ਸਾਰਾ ਹੀ ਉਹ ਡੋਲ, ਉਹ ਘੜਾ ਪਾਣੀ ਦਾ ਭਰਿਆ ਬਾਹਰ ਆ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ, ਇਸ ਸੰਸਾਰ ਰੂਪੀ ਖੂਹ ਦੇ ਵਿੱਚੋਂ ਜਿਹੜਾ ਹੈ ਤੂੰ ਆਪਣੀ ਉਮਰਾ ਰੂਪੀ ਲੱਜਾ ਦੇ ਨਾਲ ਸਵਾਸਾਂ, ਵਾਹਿਗੁਰੂ ਜਿਹੜਾ ਸ਼ਰਧਾ ਰੂਪੀ ਘੜਾ ਹੈ, ਇਹਦੇ ਦੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਪਰਮੇਸ਼ਰ ਦਾ ਗਿਆਨ ਰੂਪੀ ਜਲ ਜਿਹੜਾ ਭਰ ਲੈ, ਤੇ ਤੇਰੇ ਕੋਲ ਜਿਹੜੀ ਉਮਰਾ ਹੈਗੀ ਆ ਨਾ ਤੇਰੇ ਹੱਥ ਵਿੱਚ, ਉਸ ਉਮਰਾ ਨੂੰ ਹੀ ਸਫਲ ਕਰ ਲੈ। ਮਹਾਰਾਜ ਕਹਿੰਦੇ ਅਜੋ ਸਮਝ ਕਛ ਬਿਗੜਿਓ ਨਾ ਹਨ, ਅਜੇ ਵੀ ਸਮਝ ਲੈ, ਕਿਉਂਕਿ ਜਿਨ੍ਹਾਂ ਨੂੰ ਇਹ ਜਾਗ ਆ ਜਾਂਦੀ ਹੈ ਨਾ ਪਿਛਲੀ ਉਮਰ, ਜਿਹੜੇ ਹੈ ਭਾਈ ਨੰਦ ਲਾਲ ਸਾਹਿਬ ਜੀ ਨੇ ਇਹ ਬਚਨ ਕਹੇ ਆ ਨਾ ਕਿ ਪਿਛਲੀ ਉਮਰ ਗੁਨਾਹੀ ਬੀਤੀ ਹਰ ਕੀ ਭਗਤ ਨਾ ਕੀਤੀ, ਕਿ ਜਿਹੜੀ ਉਮਰ ਗੁਨਾਹਾਂ ਵਿੱਚ ਬਤੀਤ ਹੋ ਗਈ, ਵਾਹਿਗੁਰੂ ਦੀ ਭਗਤੀ ਨਹੀਂ ਕੀਤੀ। ਫਿਰ ਕਹਿੰਦੇ ਆ ਅਜਹੋਂ ਸਮਝ ਚੱਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ। ਅਜੇ ਵੀ ਸਮਝ ਲੈਣਾ ਚਾਹੀਦਾ ਕਿ ਹੁਣੀ ਗਿਆਨ ਹਾਸਲ ਕਰ ਲੈ। ਮਨਾ ਤੇਰੇ ਕੋਲ ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਉਪਦੇਸ਼ ਹੁਣੀ ਕਮਾਲ ਹੈ। ਵੇਖ ਤੇਰੇ ਕੋਲ ਜੇ ਕਰਕੇ ਉਮਰ ਦਾ ਤਾਂ ਪਤਾ ਨਹੀਂ ਨਾ, ਕਿਉਂਕਿ ਮਹਾਰਾਜ ਨੇ ਕਿਹਾ ਨਹਿ ਬਾਰਕ ਨਹਿ ਜੋਬਨ ਨਹਿ ਬਿਰਦੀ ਕਛ ਬੰਦ, ਉਹ ਬੇਰਾ ਨਹਿ ਬੁੱਝੀਐ ਜੋ ਆਏ ਪਰੈ ਜਮ ਫੰਦ। ਫਿਰ ਵੀ ਜੇ ਤੇਰੇ ਕੋਲ ਅਜੇ ਜਵਾਨੀ ਹੈ, ਬਚਪਨ ਹੈ, ਤੇ ਤੇਰੇ ਹੱਥ ਵਿੱਚ 4 ਉਂਗਲਾਂ ਰੱਸੀ ਹੈਗੀ ਹੈ। ਵੇਖ ਜੇ ਬਿਰਧ ਅਵਸਥਾ ਵੀ ਆ ਗਈ ਹੈ ਨਾ, ਤੇ ਤਾਂ ਵੀ ਤੇਰੇ ਹੱਥ ਵਿੱਚ 4 ਉਂਗਲਾਂ ਰੱਸੀ ਹੈਗੀ ਹੈ। ਜਵਾਨੀ ਹੈ ਤਾਂ ਥੋੜੀ ਵੱਧ ਹੈ, ਬਚਪਨ ਵਿੱਚ ਤਾਂ ਥੋੜੀ ਹੋਰ ਵੱਧ ਹੈ ਤੇਰੇ ਕੋਲ ਰੱਸੀ, ਪਰ ਉਹ ਰੱਸੀ ਮੁੱਕਣੀ ਹੈ ਨਾ। ਤੇ ਜੇ ਕਰਕੇ ਤੂੰ ਸੰਸਾਰ ਰੂਪੀ ਖੂਹ 'ਚ ਹੀ ਸਿੱਟ ਦੇਂਗਾ, ਭਾਵ ਸੰਸਾਰ 'ਚ ਹੀ ਲੱਗਾ ਰਹੇਗਾ। ਇਸ ਸੰਸਾਰ ਦੇ ਅੰਦਰ ਗਿਆਨ ਰੂਪੀ ਨਾਮ ਰੂਪੀ ਜਲ ਨੂੰ ਤੂੰ ਪ੍ਰਗਟ ਕਰਨ ਲਈ, ਪ੍ਰਾਪਤ ਕਰਨ ਲਈ ਆਇਆ ਹੈ। ਸ਼ਰਧਾ ਰੂਪੀ ਘੜੇ ਨਾਲ ਉਮਰਾ ਰੂਪੀ ਲੱਜ ਬੰਨ ਕੇ ਤੂੰ ਇੱਥੋਂ ਪ੍ਰਾਪਤ ਕਰ ਸਕਦਾ। ਪ੍ਰਾਪਤ ਕੀ ਕਰਨਾ? ਆਪਣੀ ਉਮਰਾ ਨੂੰ ਨਾਮ ਜਪ ਕੇ ਸਫਲ ਕਰਨਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਐ, ਤੇਰੇ ਮਨ ਰੂਪੀ ਹੱਥ ਦੇ ਅੰਦਰ ਅਜੇ ਵੀ ਮੌਕਾ ਹੈਗਾ, ਅਜੇ ਵੀ ਤੇਰੇ ਕੋਲ ਮਹਾਰਾਜ ਕਹਿੰਦੇ ਇਹ ਅਵਸਰ ਹੈਗਾ। ਇਸ ਕਰਕੇ ਅਜਹੋਂ ਸਮਝ, ਅਜੇ ਵੀ ਸਮਝ ਜਾ। ਜੇ ਤੂੰ ਅਜੇ ਵੀ ਜਿਹੜਾ ਹੈ ਵਕਾਰਾਂ ਦੇ ਵਿੱਚ ਹੀ ਲੱਗਾ ਹੋਇਆ, ਅਜੇ ਵੀ ਮਹਾਰਾਜ ਕਹਿੰਦੇ ਤੇਰਾ ਮਨ ਮਾਇਆ ਦੀਆਂ ਖਿਲਬਲੀਆਂ 'ਚ ਹੀ ਖੁੱਭਿਆ ਹੋਇਆ ਹੈ, ਵਕਾਰਾਂ 'ਚ ਹੀ ਮਨ ਦੌੜਦਾ ਰਹਿੰਦਾ ਹੈ, ਤਾਂ ਫਿਰ ਮਹਾਰਾਜ ਕਹਿੰਦੇ ਕਿਵੇਂ ਬਚੇਗਾ? ਅਜਹੋਂ ਸਮਝ, ਅਜੇ ਵੀ ਸਮਝ ਜਾ। ਜੇ ਹੁਣ ਨਹੀਂ ਸਮਝਿਆ ਤਾਂ ਕਦੋਂ ਸਮਝੇਗਾ? ਇਸ ਕਰਕੇ ਮਹਾਰਾਜ ਸਿੱਖਿਆ ਦਿੰਦੇ ਐ, ਵੇ ਨਰ ਇਹ ਸਾਚੀ ਜੀ ਧਾਰ। ਹੇ ਮਨੁੱਖ, ਇਹ ਸੱਚੀ ਸਿੱਖਿਆ ਆਪਣੇ ਅੰਦਰ ਧਾਰਨ ਕਰ ਲੈ। ਅਜੋ ਸਮਝ, ਅਜੇ ਸਮਝ ਜਾ। ਕਛ ਬਿਗੜਿਓ ਨਾ ਹਨ, ਕੁਝ ਵੀ ਨਹੀਂ ਵਿਗੜਿਆ ਤੇਰਾ, ਅਜੇ ਕੋਈ ਤੇਰਾ ਨੁਕਸਾਨ ਨਹੀਂ ਹੋਇਆ। ਤੂੰ ਬਚਾਅ ਕਰ ਸਕਦਾ ਹੈ ਆਪਣਾ। ਮਹਾਰਾਜ ਕਿੱਦਾਂ ਕਰਾਂ ਸੱਚੇ ਪਾਤਸ਼ਾਹ, ਕਿਵੇਂ ਮੇਰਾ ਬਚਾਅ ਹੋ ਸਕਦਾ? ਹਜੂਰ ਦੱਸਦੇ ਆ ਕਿਵੇਂ ਤੂੰ ਖਿੱਚ ਸਕਦਾ, ਅਜੇ ਵੀ ਗਿਆਨ ਰੂਪੀ ਜਲ ਨੂੰ ਪਾ ਸਕਦਾ ਏ। ਭਜ ਲੈ ਨਾਮ ਮੁਰਾਰ। ਜਿਹੜਾ ਮੋਹ ਆਦਿਕ ਵਿਕਾਰਾਂ ਨੂੰ ਮਾਰਨ ਵਾਲਾ ਹੈ ਨਾ ਵਾਹਿਗੁਰੂ, ਮੋਹ ਆਦਿਕ ਦੈਂਤਾਂ ਨੂੰ ਮਾਰਨ ਵਾਲਾ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹਦੇ ਨਾਮ ਦਾ ਭਜਨ ਕਰ ਲੈ। ਇੱਕ ਇੱਕ ਸਾਹ ਵੀ ਬਿਰਥਾ ਨਾ ਗਵਾ, ਵਾਹਿਗੁਰੂ ਨੂੰ ਚੇਤੇ ਕਰ ਲੈ। ਜਿੰਨਾ ਤੇਰੇ ਪ੍ਰਾਣ ਵਗਦੇ ਆ ਨਾ, ਮਹਾਰਾਜ ਕਹਿੰਦੇ ਵਾਹਿਗੁਰੂ ਨੂੰ ਵਿਸਾਰ ਨਾ। ਜਬ ਲਗ ਬਿਕਲ ਭਈ ਨਹੀਂ ਬਾਨੀ, ਭਜ ਲੈ ਰੇ ਮਨ ਸਾਰੰਗ ਪਾਨੀ। ਮਹਾਰਾਜ ਨੇ ਕਿਹਾ ਹੁਣ ਮੌਕਾ ਹੈ, ਅਬ ਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ। ਜਦੋਂ ਅੰਤ ਦਾ ਸਮਾਂ ਆ ਗਿਆ ਉਦੋਂ ਕਹੇਗਾ ਭਜਨ ਕਰ ਲਾਂ, ਫਿਰ ਨਹੀਂ ਭਜਨ ਹੋਣਾ। ਅਜੋ ਸਮਝ ਕਛ ਬਿਗੜਿਓ ਨਾ ਹਨ, ਕੁਝ ਵੀ ਨਹੀਂ ਵਿਗੜਿਆ। ਅਜੇ ਵੀ ਅਕਲ ਕਰ ਲੈ, ਅਜੇ ਵੀ ਸਮਝ ਕਰ ਲੈ। ਭਜ ਲੈ ਨਾਮ ਮੁਰਾਰ, ਵਾਹਿਗੁਰੂ ਦੇ ਨਾਮ ਦਾ ਭਜਨ ਕਰ ਲੈ। ਚਿੱਤ ਦੀ ਪ੍ਰੀਤ ਲਾ ਕਰਕੇ ਅੰਮ੍ਰਿਤ ਵੇਲੇ ਉੱਠ ਕੇ ਸੁਰਤ ਜੋੜ ਕੇ ਉਹਦੇ ਨਾਮ ਨੂੰ ਚੇਤੇ ਕਰਿਆ ਕਰ। ਹੋਰ ਜਿੰਨੇ ਵੀ ਤੂੰ ਕੰਮ ਫਜ਼ੂਲ ਕਰਦਾ ਛੱਡ ਦੇ ਇਹਨਾਂ ਕੰਮਾਂ ਨੂੰ, ਤੇਰਾ ਕੁਝ ਵੀ ਸਵਾਰ ਨਹੀਂਗੇ ਨਹੀਂ, ਕੁਝ ਵੀ ਇਹਨਾਂ ਕਾਰਜਾਂ ਨਾਲ ਤੇਰਾ ਸੌਰਨਾ ਨਹੀਂ।
ਜਿਨ੍ਹਾਂ ਲਈ ਮਰ ਜਾਣਾ ਹੈ, ਜਿਨ੍ਹਾਂ ਲਈ ਬੜੇ ਯਤਨ ਕਰਦਾ ਹੈ, ਕੁਝ ਵੀ ਤੇਰਾ ਸਵਾਰਨਾ ਨਹੀਂ ਪਰਮਾਰਥ ਦਾ ਰਾਹ। ਮਹਾਰਾਜ ਕਹਿੰਦੇ ਨੇ ਵਾਹਿਗੁਰੂ ਦਾ ਨਾਮ ਜਪ ਲੈ, ਤੈਨੂੰ ਪਰਮਾਰਥ ਦਾ ਰਾਹ ਸੁੱਝ ਆਵੇਗਾ। ਕੁਝ ਵੀ ਨਹੀਂ ਵਿਗੜਿਆ ਅਜੇ ਵੀ, ਇਸ ਦੇਹ ਨੂੰ ਤੂੰ ਸਫਲਿਆਂ ਕਰ ਸਕਦਾ ਹੈ। ਇਸ ਦੇਹ ਨਾਲ ਸਾਰੇ ਹੀ ਜਿਸ ਪ੍ਰਯੋਜਨ ਲਈ ਮਿਲੀ ਹੈ ਉਹ ਸਾਰੇ ਹੀ ਕਾਰਜ ਤੇਰੇ ਪੂਰੇ ਹੋ ਸਕਦੇ ਹੈ। ਪਰ ਜੇ ਤੂੰ ਅਜੇ ਵੀ ਨਾ ਸਮਝਿਆ ਤੇ ਫਿਰ ਮਹਾਰਾਜ ਕਹਿੰਦੇ ਫਿਰ ਕਦੋਂ ਸਮਝੇਗਾ? ਹੁਣ ਹੀ ਸਮਝ ਕਰ ਲੈ। ਇਸ ਕਰਕੇ ਵਾਹਿਗੁਰੂ ਦੇ ਭਜਨ ਨੂੰ ਆਪਣੇ ਚਿੱਤ ਦਾ ਪਿਆਰ ਲਾ ਕਰਕੇ ਕਰਿਆ ਕਰ। ਜਿੰਨਾ ਤੂੰ ਯਤਨ ਮਾਇਆ ਦੇ ਵਿੱਚ ਲਾਉਣਾ, ਜਿੰਨਾ ਪਿਆਰ ਤੂੰ ਮਾਇਕੀ ਪਦਾਰਥਾਂ ਨਾਲ ਲਾਉਣਾ, ਵਾਹਿਗੁਰੂ ਨਾਲ ਲਾ ਕੇ ਵੇਖ, ਪਰਮੇਸ਼ਰ ਦੇ ਭਜਨ ਵਿੱਚ ਲਾ ਕਰਕੇ ਵੇਖ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਐ ਵਾਹਿਗੁਰੂ ਦਾ ਭਜਨ ਕਰ ਲੈ, ਵਾਹਿਗੁਰੂ ਨੂੰ ਚੇਤੇ ਕਰ ਲੈ, ਅਜੇ ਸਮਝ ਲੈ ਕੁਝ ਵਿਗੜਿਆ ਨਹੀਂ, ਸਿਮਰਨ ਵਿੱਚ ਜੁੜਿਆ ਕਰ। ਕਹੋ ਨਾਨਕ ਨਿਜ ਮਤ ਸਾਧਨ ਕੋ। ਸਾਧਨ ਕੋ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਐ ਇਹ ਜਿਹੜਾ ਹੈ ਨਾ ਨਿਜ ਆਪਣਾ ਮਤ ਸਿਧਾਂਤ ਹੈ। ਸਾਧੂ ਰੂਪ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਸਾਧਨ ਭਾਰਾ ਕਰੀਏ ਤੇ ਸਾਧਨ ਅਰਥ ਵੈ ਸਾਧਨ ਜਿਹੜੇ ਕਰੀਦੇ ਐ। ਸਾਧਨ ਕੋ ਭਾਵ ਸਾਧੂਆਂ ਦਾ। ਸਾਧੂ ਕੌਣ ਹਨ? ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਐ ਇਹ ਨਿਜ ਆਪਣਾ ਮਤ ਸਿਧਾਂਤ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ। ਕਿਹੜਾ ਸਿਧਾਂਤ ਹੈ? ਅਜਹੂ ਸਮਝ ਕਛ ਬਿਗੜਿਓ ਨਾ ਹਨ। ਮਹਾਰਾਜ ਦੇ ਘਰ ਦਾ ਇਹ ਸਿਧਾਂਤ ਹੈ, ਭਜ ਲੈ ਨਾਮ ਮੁਰਾਰ। ਮਹਾਰਾਜ ਕਹਿੰਦੇ ਗੁਰੂ ਨਾਨਕ ਸਾਹਿਬ ਦੇ ਘਰ ਦਾ ਸਿਧਾਂਤ ਹੈ ਕਿ ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨਾ ਬਾਰ। ਇਹ ਗੁਰੂ ਨਾਨਕ ਸਾਹਿਬ ਦੇ ਘਰ ਦਾ ਸਿਧਾਂਤ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਬਾਰੂ ਭੀਤ ਬਨਾਈ ਰਾਜਪਤ ਰਹਿਤ ਨਹੀਂ ਦਿਨ ਚਾਰ, ਤੈਸੇ ਹੀ ਇਹ ਸੁਖ ਮਾਇਆ ਕੇ ਉਰਜਿਓ ਕਹਾਂ ਗਵਾਰ। ਇਹ ਸਾਧਨ ਗਰੀਬ ਨਵਾਜ ਕਹਿੰਦੇ ਨੇ ਇਹ ਸਾਧੂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਸਿਧਾਂਤ ਹੈ। ਆਪਣਾ ਨਿਜ ਦਾ ਅਰਥ ਹੈ ਆਪਣਾ। ਆਪਣਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਹ ਮਤ ਹੈ, ਸਿਧਾਂਤ ਹੈ। ਇਹ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਆਖਿਆ ਉਪਦੇਸ਼ ਹੈ। ਭਾਖਿਓ ਤੋਹੇ ਪੁਕਾਰ। ਹਜੂਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਤੇਰੇ ਤਾਈਂ ਪੁਕਾਰ ਕੇ ਢੰਡੋਰਾ ਲਾ ਕੇ ਮਹਾਰਾਜ ਕਹਿੰਦੇ ਅਸੀਂ ਭਾਖਿਓ ਆਖਣਾ ਕੀਤਾ ਹੈ। ਇਹ ਗੁਰੂ ਨਾਨਕ ਸਾਹਿਬ ਦੀ ਆਪਣੀ ਸਿੱਖਿਆ, ਹਜੂਰ ਦੀ, ਧੰਨ ਸੱਚੇ ਪਾਤਸ਼ਾਹ ਜੀ ਦੀ ਉਹ ਸਿੱਖਿਆ। ਮਹਾਰਾਜ ਕਹਿੰਦੇ ਭਾਈ ਸਿੱਖੋ ਭਾਖਿਓ ਤੋਹੇ ਪੁਕਾਰ, ਤੁਹਾਡੇ ਤਾਈਂ ਭਾਖਣਾ ਕੀਤੀ ਹੈ, ਕਹਿਣਾ ਕੀਤੀ ਹੈ, ਪੁਕਾਰ ਕੇ ਢੰਡੋਰਾ ਲਾ ਕੇ ਮਹਾਰਾਜ ਕਹਿੰਦੇ ਅਸੀਂ ਆਖਿਆ ਹੈ ਕਿ ਸਗਲ ਜਗਤ ਹੈ ਜੈਸੇ ਸੁਪਨਾ। ਲੁਕਾ ਕੇ ਨਹੀਂ ਆਖਿਆ। ਮਹਾਰਾਜ ਕਹਿੰਦੇ ਭਾਈ ਜਿਹੜਾ ਜਿਹੜਾ ਸੁਣ ਲੇਗਾ, ਸ਼ਰਧਾ ਲਾਏਗਾ, ਪਿਆਰ ਲਾਏਗਾ, ਉਹ ਫਿਰ ਜਾਗ ਪਵੇਗਾ ਇਸ ਸੁਪਨੇ ਤੋਂ। ਮਹਾਰਾਜ ਕਹਿੰਦੇ ਪੁਕਾਰ ਕੇ ਆਖਿਆ ਹੈ ਰੇ ਨਰ ਇਹ ਸਾਚੀ ਜੀ ਧਾਰ। ਪੁਕਾਰ ਕੇ ਕਿਹਾ ਹੇ ਮਨੁੱਖ, ਹੇ ਸਿੱਖ, ਇਹ ਸੱਚੀ ਸਿੱਖਿਆ ਹਜੂਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਧਾਰਨ ਕਰ ਲੈ ਆਪਣੇ ਮਨ ਦੇ ਅੰਦਰ। ਇਹ ਸਿੱਖਿਆ ਮਹਾਰਾਜ ਜੀ ਨੇ ਧਾਰਨ ਕਰਨ ਦੀ। ਜਦੋਂ ਸਿੱਖਾ ਕਿਹਾ ਕਿ ਮਹਾਰਾਜ ਕੀ ਸਿੱਖਿਆ ਧਾਰਨ ਕਰਨੀ ਚਾਹੀਦੀ ਹੈ, ਸੱਚੀ ਸਿੱਖਿਆ ਕੋਈ ਦਿਓ ਇੱਕ। ਮਹਾਰਾਜ ਕਹਿੰਦੇ ਚੰਗਾ ਬਈ ਲਓ ਇਹ ਸਿੱਖਿਆ ਦਿੰਨੇ ਆ, ਇਹਨੂੰ ਸੱਚੀ ਸਿੱਖਿਆ ਨੂੰ ਆਪਣੇ ਅੰਦਰ ਧਾਰਨ ਕਰ ਲਓ। ਇਹ ਮਹਾਰਾਜ ਨੇ ਵੇਖੋ ਕਿ ਸੱਚੇ ਪਾਤਸ਼ਾਹ ਜੀ ਨੇ ਸਾਰੇ ਜਗਤ ਦੀ ਹਾਲਤ ਤਸਵੀਰ ਖਿੱਚ ਕੇ ਮਹਾਰਾਜ ਦੱਸੀ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਸਚਾਈ ਸਾਹਮਣੇ ਕੱਢ ਕੇ ਰੱਖੀ ਹੈ ਤੇ ਹਜੂਰ ਨੇ ਆਖਿਆ ਕਿਸੇ ਹੋਰ ਦਾ ਇਹ ਅਸੀਂ ਸਲਾਹ ਨਾਲ ਕਰਕੇ ਸਿਧਾਂਤ ਨਹੀਂ ਦੱਸ ਰਹੇ, ਇਹ ਤਾਂ ਨਿਜ ਕਹੋ ਨਾਨਕ ਨਿਜ ਮਤ ਸਾਧਨ ਕਹੋ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਸਾਧੂ ਰੂਪ ਗੁਰੂ ਨਾਨਕ ਸਾਹਿਬ ਦਾ ਇਹ ਨਿਜ ਆਪਣਾ ਸਿਧਾਂਤ ਹੈ। ਜੋ ਕੁਝ ਇਹ ਸੰਸਾਰ ਦੀ ਰਚਨਾ ਇਸ ਦਾ ਸਿੱਟਾ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕੱਢਿਆ ਤੇ ਹਜੂਰ ਕਹਿੰਦੇ ਅਸੀਂ ਤੁਹਾਡੇ ਤਾਈਂ ਸਿੱਖੋ ਕਹਿਣਾ ਕੀਤਾ ਢੰਡੋਰਾ ਲਾ ਕੇ, ਜਿਹੜਾ ਹੈ ਉਹ ਕਹਿਣਾ ਕੀਤਾ ਹੈ, ਡੰਕੇ ਦੀ ਆਵਾਜ਼ ਨਾਲ ਕਹਿਣਾ ਕੀਤਾ ਕਿ ਸੰਸਾਰ ਬਿਨਸਰਹਾਰ ਹੈ, ਦੇਹਾਂ ਬਿਨਸ ਜਾਣ ਵਾਲੀਆਂ ਹਨ, ਮਾਇਕੀ ਸੁੱਖ ਕਦੇ ਨਹੀਂ ਰਹਿੰਦੇ। ਇਹ ਮਹਾਰਾਜ ਕਹਿੰਦੇ ਡੰਕੇ ਦੀ ਚੋਟ ਨਾਲ ਅਸੀਂ ਆਖਿਆ। ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਹਜੂਰ ਦਾ ਅੰਮ੍ਰਿਤ ਪਵਿੱਤਰ ਉਪਦੇਸ਼ ਹਿਰਦੇ 'ਚ ਵਸੇ। ਹੋਈਆਂ ਬੇਅੰਤ ਭੁੱਲਾਂ ਮਹਾਰਾਜ ਬਖਸ਼ ਲੈਣੀਆਂ। ਸੱਚੇ ਪਾਤਸ਼ਾਹ ਅੱਗੇ ਵਾਸਤੇ ਸੁਮਤ ਬਖਸ਼ਣੀ ਗਰੀਬ ਨਵਾਜ, ਰਹਿਮਤ ਕਰਨੀ ਆਪ ਦਾ ਅੰਮ੍ਰਿਤ ਉਪਦੇਸ਼ ਹਿਰਦੇ 'ਚ ਵਸੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ।
ਅਜੁਹੂ ਸਮਝ ਕਛ ਬਿਗੜਿਓ ਬਿਗੜਿਓ ਨਾਹਿਨ ਭਜ ਲੈ ਲੈ ਨਾਮ ਮੁਰਾਰ ਕਹੋ ਨਾਨਕ ਨਿਜ ਮਤ ਸਾਧਨ ਕੋ ਭਾਖਿਓ ਤੋਹੇ ਪੁਕਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ ਗੁਰੂ ਤੇਗ ਬਹਾਦਰ ਸਿਮਰਿਐ। ਗੁਰੂ ਤੇਗ ਬਹਾਦਰ ਸਿਮਰਿਐ ਗੁਰੂ ਤੇਗ ਬਹਾਦਰ ਸਿਮਰਿਐ। ਘਰ ਨਉ ਨਿਦ ਆਵੈ ਧਾਏ ਘਰ ਨਉ ਨਿਦ ਆਵੈ ਧਾਏ। ਘਰ ਨਉ ਨਿਦ ਆਵੈ ਧਾਏ ਘਰ ਨਉ ਨਿਦ ਆਵੈ ਧਾਏ। ਘਰ ਨਉ ਨਿਦ ਆਵੈ ਧਾਏ ਘਰ ਨਉ ਨਿਦ ਆਵੈ ਧਾਏ। ਘਰ ਨਉ ਨਿਦ ਆਵੈ ਧਾਏ ਘਰ ਨਉ ਨਿਦ ਆਵੈ ਧਾਏ। ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ। 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।